ਤੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਹੁੰਦਾ ਹੈ ਕਿ ਇੱਕ ਐਮਸੀ ਜਿਹੜਾ ਕਿ ਲੋਕ ਚੁਣਦੇ ਨੇ, ਅਸਲ 'ਚ ਉਹਦੀਆਂ ਡਿਊਟੀਆਂ ਜਾਂ ਉਹਦੇ ਕੰਮ ਕੀ ਹੁੰਦੇ ਨੇ, ਉਹਦੇ ਅਧਿਕਾਰ ਖੇਤਰ 'ਚ ਕੀ ਕੁਛ ਆਉਂਦਾ ਹੈ। ਜੇ ਆਪਾਂ ਨਗਰ ਕੌਂਸਲ ਦੀਆਂ ਡਿਊਟੀਜ਼ ਆਪਾਂ ਨੂੰ ਪਤਾ ਲੱਗ ਗਈਆਂ ਤਾਂ ਐਮਸੀਜ਼ ਦੀਆਂ ਉਹੀ ਡਿਊਟੀਜ਼ ਹਨ। ਅੱਜ ਕੱਲ੍ਹ ਐਮਸੀ ਦੀਆਂ ਚੋਣਾਂ ਦਾ ਕਾਫੀ ਪ੍ਰਚਾਰ ਹੋ ਰਿਹਾ ਹੈ। ਲੋਕ ਜਿਨ੍ਹਾਂ ਨੇ ਉਮੀਦਵਾਰ ਨੇ ਐਮਸੀ ਦੇ, ਤਾਂ ਉਹ ਕਾਫੀ ਵੱਡੇ ਵਾਅਦੇ ਲੋਕਾਂ ਨਾਲ ਕਰਦੇ ਨੇ ਕਿ ਅਸੀਂ ਇਹ ਕਰ ਦਿਆਂਗੇ ਜਾਂ ਉਹ ਕਰ ਦਿਆਂਗੇ, ਜੋ ਵੀ ਹੈ ABC ਜੀ। ਲੇਕਿਨ ਉਹਦੇ 'ਚ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸਲ 'ਚ ਜੋ ਇਹ ਸਾਹਮਣੇ ਵਾਲਾ ਵਾਅਦਾ ਸਾਡੇ ਨਾਲ ਕਰ ਰਿਹਾ ਹੈ ਕਿ ਵਾਕਈ ਇਸ ਦੇ ਅੰਡਰ ਆਉਂਦਾ ਹੈ। ਇੱਕ ਛੋਟੀ ਜਿਹੀ ਉਹਨਾਂ ਨੇ ਐਗਜ਼ਾਮਪਲ ਦਿੱਤੀ ਕਿ ਕੋਈ ਫੈਕਟਰੀ ਸੀ ਸ਼ੂਜ਼ ਦੀ, ਉੱਥੇ ਇੰਪਲਾਈਜ਼ ਨੇ ਸਟ੍ਰਾਈਕ ਕੀਤੀ ਤਾਂ ਉਹਨਾਂ ਨੇ ਇਹ ਨਹੀਂ ਕਿ ਕੰਮ ਬੰਦ ਕਰਕੇ ਬਾਹਰ ਬੈਠ ਜਾਓ ਜਾਂ ਘਰਾਂ 'ਤੇ ਬੈਠ ਜਾਓ, ਨਹੀਂ, ਉਹਨਾਂ ਨੇ ਕੀ ਕੀਤਾ ਕਿ ਸ਼ੂ ਬਣਾਉਂਦੇ ਸੀ ਉਹ, ਤਾਂ ਪੈਰ ਦਾ ਇੱਕ ਸ਼ੂ ਬਣਾਉਣਾ ਸ਼ੁਰੂ ਕਰਤਾ, ਸੱਜੇ ਪੈਰ ਦਾ ਬਣਾਉਣਾ ਸ਼ੁਰੂ ਕਰਤਾ, ਖੱਬੇ ਦਾ ਬੰਦ ਕਰਤਾ। ਜੇ ਮੈਂ ਕੱਲ੍ਹ ਨੂੰ ਮਿਊਨਿਸਪੈਲਿਟੀ ਦੀ ਰਿਸਪੌਂਸਿਬਿਲਿਟੀ ਲੈ ਕੇ ਬੈਠਦਾ ਹੈਗਾ ਨਗਰ ਕੌਂਸਲ ਦੀ, ਮੈਂ ਕੋਈ ਕੰਮ ਕਰਵਾਉਣਾ ਹੈ, ਮੈਂ ਆਪਣੇ ਵੋਟਰਸ ਨੂੰ ਪ੍ਰੋਟੈਕਟ ਕਰਨਾ ਹੈ, ਤਾਂ ਮੈਨੂੰ ਪਤਾ ਹੋਣਾ ਚਾਹੀਦਾ ਕਿ ਲਾ ਇਹਦੇ ਵਿੱਚ ਕੀ ਹੈ, ਕੀ ਮੈਂ ਇਹਦੇ ਵਿੱਚ ਕਰ ਸਕਦਾ ਹੈਗਾ, ਕੀ ਮੇਰੇ ਰਾਈਟਸ ਹਨ, ਕੀ ਮੇਰੀਆਂ ਡਿਊਟੀਜ਼ ਆ, ਕੀ ਮੇਰੀਆਂ ਮਜਬੂਰੀਆਂ ਹਨ, ਔਰ ਕਿਸ ਢੰਗ ਨਾਲ ਮੈਂ ਉਹਦੇ ਵਿੱਚੋਂ ਉਹਨਾਂ ਨੂੰ ਰਿਲੀਫ ਲੈ ਕੇ ਦੇ ਦੇਣਾ ਹੈ। ਇਹ ਚੀਜ਼ ਆਪਾਂ ਨੂੰ ਆਪਦੇ ਕੈਂਡੀਡੇਟ ਦੇ ਵਿੱਚ ਜ਼ਰੂਰ ਦੇਖਣੀ ਚਾਹੀਦੀ। ਕਿ ਖਰਚੇ ਇਲੈਕਸ਼ਨਾਂ 'ਤੇ ਇੰਨੇ ਹੁੰਦੇ ਆ, ਜੇ ਕੋਈ ਖਰਚਾ ਦੀ 10 ਲੱਖ ਰੁਪਈਆ ਖਰਚਾ ਕਰ ਦਿੰਦਾ ਹੈਗਾ ਤਾਂ ਉਹ ਕੀ ਹੈ। ਦੇਖੋ, ਮੈਂ ਇਸ ਨੂੰ ਕਰਪਟ ਪ੍ਰੈਕਟਿਸ ਗਿਣਦਾ ਹੈ। ਜਾਂ ਤਾਂ ਮੇਰੀ 'ਚ ਇੰਨੀ ਕਪੈਸਿਟੀ ਹੋਵੇ ਕਿ ਮੈਂ ਉਹਨੂੰ ਦਾਨ ਸਮਝ ਕੇ ਕਰਤਾ, ਉਹ ਨਹੀਂ ਕਰ ਸਕਦਾ, ਠੀਕ ਹੈ। ਜੇ ਇੱਕ ਐਮਸੀ ਬਣਨ ਵਾਸਤੇ ਮੈਂ ਖਰਚਾ ਕਰ ਰਿਹਾ ਹਾਂ, ਤਨਖਾਹ ਮੈਨੂੰ ਕੋਈ ਮਿਲ ਨਹੀਂ ਰਹੀ ਹੈ ਜੀ, ਠੀਕ ਹੈ, ਤਾਂ ਕਿਉਂ ਕਰ ਰਿਹਾ ਹੈਗਾ। ਜੇ ਮੇਰੇ ਕੋਲੇ ਕੋਈ ਕੈਂਡੀਡੇਟ ਆਏਗਾ ਵੋਟ ਦੇ ਲਈ ਜੀ, ਤਾਂ ਮੈਂ ਤਾਂ ਸ਼ਾਇਦ ਉਹਨੂੰ ਪਹਿਲਾ ਸਵਾਲ ਇਹੀ ਕਹਾਂਗਾ ਕਿ ਕੀ ਤੁਸੀਂ ਮੰਦਿਰ ਦੇ ਵਿੱਚ, ਗੁਰਦੁਆਰੇ 'ਚ ਖੜੇ ਹੋ ਕੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ, ਬੱਚਿਆਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਕਸਮ ਖਾਣ ਨੂੰ ਤਿਆਰ ਹੋ ਕਿ ਨਾ ਕਰਪਸ਼ਨ ਕਰੋਗੇ ਔਰ ਹਿੱਕ ਦਾ ਜ਼ੋਰ ਲਾਓਗੇ ਕਿ ਨਗਰ ਕੌਂਸਲ ਦੇ ਵਿੱਚ ਕੋਈ ਕਰਪਸ਼ਨ ਨਾ ਚੱਲੇ। ਲੇਕਿਨ ਆਮ ਤੌਰ 'ਤੇ ਕੀ ਹੁੰਦਾ ਕਿ ਅਸੀਂ ਆਪ ਦਾ ਫਾਇਦਾ ਪਹਿਲਾਂ ਸੋਚਦੇ ਹਾਂ। ਜੇ ਮੈਂ ਆਪਦੇ ਐਮਸੀ ਤੋਂ ਕੀ ਸੋਚਾਂਗਾ ਕਿ ਮੇਰੇ ਘਰ ਦੇ ਬਾਰੇ ਕੀ ਕਰ ਰਿਹਾ ਹੈਗਾ, ਤੇ ਮੈਂ ਬਲਕਿ ਇਹਨੂੰ ਕਹਾਂਗਾ ਜੋ ਵੀ ਐਸਕੀ ਨਗਰ ਕੌਂਸਲ ਆਉਂਦੀ ਆ, ਤੇ ਮੈਂ ਤਾਂ ਉਹਨਾਂ ਨੂੰ ਇਹ ਵਿਸ਼ ਕਰਦਾ ਹੈਗਾ ਔਰ ਉਹਨਾਂ ਨੂੰ ਇਹ ਮੈਂ ਪ੍ਰੇਰਿਤ ਵੀ ਕਰਾਂਗਾ ਕਿ ਇੱਕ ਮਾਈਲਸਟੋਨ ਲਗਾ ਕੇ ਜਾਓ ਜੀ। ਲੋਕ ਕਹਿ ਸਕਣ ਕੱਲ੍ਹ ਨੂੰ ਕਿ ਹਾਂ ਯਾਰ, ਉਹ ਜਿਹੜੀ ਨਗਰ ਕੌਂਸਲ ਇਸ ਟਰਮ ਦੇ ਵਿੱਚ ਆਈ ਸੀ, ਜਿੰਨੇ ਵਧੀਆ ਕੰਮ ਉਹ ਕਰ ਗਈ, ਉਹਦੇ ਨਾਲ ਦੇ ਕੋਈ ਕੰਮ ਨਹੀਂ ਕਰ ਸਕਿਆ। ਨਮਸਕਾਰ ਦੋਸਤੋ, ਮੈਂ ਹਰਦੇਵ ਕਮਲ ਤੇ ਤੁਸੀਂ ਜੁੜੇ ਹੋ ਬੁਢਲਾਡਾ ਸਿਟੀ ਰੇਡੀਓ ਤੇ ਵੱਖਰੀ ਪਹਿਚਾਣ ਚੈਨਲ ਤੇ। ਦੋਸਤੋ, ਇੱਕ ਵਾਰੀ ਫੇਰ ਅੱਜ ਮੇਰੇ ਨਾਲ ਨੇ ਜੀ ਐਡਵੋਕੇਟ PK ਅਰੋੜਾ। ਇਹਨਾਂ ਨਾਲ ਆਪਾਂ ਕਰਾਂਗੇ ਗੱਲਬਾਤ ਸ਼ਹਿਰ ਦੇ ਮੁੱਦਿਆਂ ਤੇ, ਔਰ ਨਾਲ ਹੀ ਐਮਸੀ ਦੇ ਕੀ ਕੰਮ ਹੁੰਦੇ ਨੇ ਤੇ ਕੀ ਉਹਨੂੰ ਕਰਨੇ ਚਾਹੀਦੇ ਨੇ, ਇਸ ਟੌਪਿਕ ਤੇ। ਤਾਂ ਸਵਾਗਤ ਹੈ ਸਰ ਤੁਹਾਡਾ ਬਹੁਤ-ਬਹੁਤ। ਥੈਂਕ ਯੂ ਕਮਲ ਜੀ, ਰਾਦਰ ਆਈ ਐਮ ਥੈਂਕਫੁਲ ਟੂ ਯੂ ਕਿ ਤੁਸੀਂ ਤਸ਼ਰੀਫ ਲੈ ਕੇ ਆਏ ਹੋ। ਤੇ ਜੋ ਵੀ ਆਪਾਂ ਜੋ ਗੱਲਬਾਤ ਦਾ ਸਿਲਸਿਲਾ ਪਿਛਲੀ ਵਾਰ ਵਿਚਾਲੇ ਸੀ, ਉਸ ਨੂੰ ਆਪਾਂ ਹੋਰ ਅੱਗੇ ਤੋਰ ਕੇ ਲੈ ਕੇ ਜਾਵਾਂਗੇ ਜੀ। ਔਰ ਫਿਰ ਮੈਂ ਕਮਿਟ ਕਰਾਂਗਾ ਕਿ ਜੋ ਆਪਣੀ ਨੌਲੇਜ ਦੇ ਮੁਤਾਬਕ, ਆਪਣੀ ਓਪੀਨੀਅਨ ਦੇ ਮੁਤਾਬਕ ਓਨੈਸਟਲੀ ਮੈਂ ਦੱਸ ਸਕਦਾ ਹੋਇਆ, ਮੈਂ ਜ਼ਰੂਰ ਸ਼ੇਅਰ ਕਰਾਂਗਾ ਤੁਹਾਡੇ ਨਾਲ ਜੀ। ਤਾਂ ਦੋਸਤੋ, ਐਡਵੋਕੇਟ PK ਅਰੋੜਾ ਜਿਹੜੇ ਕਿ ਕਹਿ ਸਕਦੇ ਆ ਕਿ ਜਾਣਕਾਰੀਆਂ ਦਾ ਖਜ਼ਾਨਾ ਨੇ। ਮੈਂ ਜਦੋਂ ਵੀ ਇਹਨਾਂ ਕੋਲ ਬੈਠਦਾ, ਇਹਨਾਂ ਤੋਂ ਜਿਹੜੀਆਂ ਜਾਣਕਾਰੀਆਂ ਮੈਨੂੰ ਮਿਲਦੀਆਂ ਨੇ ਬੜੀਆਂ ਯੂਨੀਕ ਹੁੰਦੀਆਂ ਨੇ, ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਹਨਾਂ ਤੋਂ ਜਾਣਕਾਰੀਆਂ ਹਾਸਿਲ ਕਰਕੇ। ਅਤੇ ਅੱਜ ਮੈਂ ਕੋਸ਼ਿਸ਼ ਕਰਾਂਗਾ ਇਹਨਾਂ ਤੋਂ ਕੁਝ ਉਹ ਜਾਣਕਾਰੀਆਂ ਆਪਾਂ ਨਿਕਲਵਾਈਏ ਜੋ ਇਹਨਾਂ ਦੇ ਅੰਦਰ ਹੈਗੀਆਂ ਨੇ ਔਰ ਸਾਡੇ ਬਹੁਤ ਕੰਮ ਦੀਆਂ ਨੇ। ਤਾਂ ਸਰ, ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਨਗਰ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ, ਅਤੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਹੁੰਦਾ ਹੈ ਕਿ ਇੱਕ ਐਮਸੀ ਜਿਹੜਾ ਕਿ ਲੋਕ ਚੁਣਦੇ ਨੇ, ਅਸਲ 'ਚ ਉਹਦੀਆਂ ਡਿਊਟੀਆਂ ਜਾਂ ਉਹਦੇ ਕੰਮ ਕੀ ਹੁੰਦੇ ਨੇ, ਉਹਦੇ ਅਧਿਕਾਰ ਖੇਤਰ 'ਚ ਕੀ ਕੁਛ ਆਉਂਦਾ ਹੈ ਜੀ। ਕਮਲ ਜੀ, ਪਹਿਲੀ ਗੱਲ ਤਾਂ ਤੁਸੀਂ ਕਿਹਾ ਕਿ ਮੈਥੋਂ ਜਾਣਕਾਰੀਆਂ ਲੈਂਦੇ ਹੋ। ਚਲੋ, ਜੋ ਪ੍ਰਮਾਤਮਾ ਨੇ ਮੈਨੂੰ ਬਖਸ਼ਿਸ਼ ਕੀਤੀ ਹੈ, ਜਿੰਨਾ ਕਿ ਮੈਂ ਬੁੱਧੀਜੀਵੀਆਂ ਨਾਲ, ਅੱਛੇ ਦੋਸਤਾਂ ਨਾਲ, ਐਕਸਪੀਰੀਅੰਸ ਲੋਕਾਂ ਨਾਲ ਡਿਸਕਸ ਕਰਦਾ ਰਹਿਣਾ, ਜਦ ਪੜ੍ਹਨ ਦੀ ਮੇਰੀ ਆਦਤ ਹੈ, ਪੜ੍ਹਦਾ ਰਹਿਣਾ ਹੈਗਾ, ਤਾਂ ਜੋ ਕੁਝ ਵੀ ਮੇਰੇ ਕੋਲ ਹੈ ਮੈਂ ਸ਼ੇਅਰ ਕਰਕੇ ਮੈਨੂੰ ਖੁਸ਼ੀ ਮਿਲਦੀ ਹੈ ਜੀ। ਦੂਸਰੀ ਗੱਲ, ਜਿੱਥੇ ਤੱਕ ਤੁਸੀਂ ਗੱਲ ਕੀਤੀ ਕਿ ਇੱਕ ਐਮਸੀ ਦੀਆਂ ਕੀ ਡਿਊਟੀਜ਼ ਹਨ, ਹੈ ਨਾ, ਸ਼ਾਇਦ ਇਹ ਸਵਾਲ ਥੋੜ੍ਹਾ ਜਿਹਾ ਟਰੈਕ ਚੇਂਜ ਹੋ ਕੇ ਆ ਰਿਹਾ ਹੈਗਾ। ਸਵਾਲ ਇਹ ਹੋਣਾ ਚਾਹੀਦਾ ਸੀ ਕਮਲ ਜੀ ਕਿ ਨਗਰ ਕੌਂਸਲ ਦੀਆਂ ਕੀ ਡਿਊਟੀਜ਼ ਹਨ ਜੀ। ਨਗਰ ਕੌਂਸਲ ਨੇ ਆਪਣੇ ਸਿਟੀਜ਼ਨਸ ਵਾਸਤੇ ਕੀ ਕਰਨਾ ਹੈ।
ਜੇ ਆਪਾਂ ਨਗਰ ਕੌਂਸਲ ਦੀਆਂ ਡਿਊਟੀਆਂ ਆਪਾਂ ਨੂੰ ਪਤਾ ਲੱਗੀਆਂ ਤਾਂ ਐਮਸੀਜ਼ ਦੀਆਂ ਉਹੀ ਡਿਊਟੀਆਂ ਹਨ ਜੀ ਕਿ ਨਗਰ ਕੌਂਸਲ ਸਹੀ ਢੰਗ ਦੇ ਨਾਲ, ਪ੍ਰੋਪਰ ਢੰਗ ਦੇ ਨਾਲ ਜੋ ਉਸ ਦੀਆਂ ਡਿਊਟੀਆਂ ਹਨ ਉਹਨਾਂ ਨੂੰ ਪੂਰਾ ਜੋ ਉਹਨੇ ਕਰਨਾ ਹੈ ਉਹ ਕੌਂਸਲਰਸ ਦੇ ਥਰੂ ਹੀ ਕਰਨਾ ਹੈ ਜੀ। ਨਗਰ ਕੌਂਸਲ ਕੋਈ ਜਿੰਦਾ ਜਾਗਦਾ ਇਨਸਾਨ ਨਹੀਂ ਹੈ, ਲੀਗਲ ਪਰਸਨੈਲਿਟੀ ਹੈ, ਤਾਂ ਉਹ ਜੋ ਬੋਡੀ ਹੈ ਉਹ ਬੋਡੀ ਆਪਣੀ ਜੋ ਕੰਮ ਕਰੇਗੀ ਉਹ ਨੈਚੁਰਲੀ ਨਗਰ ਕੌਂਸਲ ਦੇ ਥਰੂ ਹੀ ਕਰੇਗੀ, ਕੌਂਸਲਰਸ ਦੇ ਥਰੂ ਕਰੇਗੀ ਜੀ। ਤਾਂ ਕੌਂਸਲਰਸ ਦੀਆਂ ਜਿਹੜੀਆਂ ਮੁੱਢਲੀਆਂ, ਜੇ ਇਹਨੂੰ ਮੈਂ ਬਿਲਕੁਲ ਬਰੀਫ ਕਰਕੇ ਸਮਝਾ ਦਿੰਦਾ ਹੈਗਾ, ਜੇ ਗਿਣਾਂਗੇ ਤਾਂ ਆਪਾਂ, ਮੈਂ ਲਿਸਟ ਇੱਕ ਪੋਲੀਟੀਕਲ ਸਾਇੰਸ ਦੀ ਬੁੱਕ ਚੱਕਾਂਗਾ ਤੇ ਉਹਦੇ ਵਿੱਚ ਮੈਂ ਕਿ 14 ਪੁਆਇੰਟ ਆ, 15 ਪੁਆਇੰਟ ਆ, ਹੈ ਨਾ, ਛੋਟੇ ਹੁੰਦੇ 6ਵੀਂ ਦੀ ਕਿਤਾਬ ਦੇ ਵਿੱਚ ਵੀ ਤੁਹਾਨੂੰ ਉਹ ਮਿਲ ਜਾਣਗੀਆਂ। ਆਪਾਂ ਲੋਕਾਂ ਨੂੰ ਬੋਰ ਨਹੀਂ ਕਰਨਾ, ਬਲਕਿ ਲੋਕਾਂ ਨੂੰ ਆਪਾਂ ਨੇ ਜਾਣਕਾਰੀ ਦੇਣੀ ਹੈ ਬਿਲਕੁਲ ਮੋਟੇ ਤੌਰ ਤੇ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਅਸਲ ਦੇ ਵਿੱਚ ਜਿਸ ਨੂੰ ਉਹ ਚੁਣ ਰਹੇ ਜੀ ਉਹਦੇ ਕੰਮ ਕੀ ਨੇ। ਬਿਲਕੁਲ ਸਹੀ ਹੈ। ਤੇ ਉਸੇ ਕਰਕੇ ਮੈਂ ਬੜਾ ਸ਼ਾਰਟ ਦੇ ਵਿੱਚ ਦੱਸ ਰਿਹਾ ਹੈਗਾ ਕਿ ਨਾਗਰਿਕਾਂ ਨੂੰ ਮੁੱਢਲੀਆਂ ਸਹਾਇਤਾ ਪ੍ਰਦਾਨ ਕਰਨੀਆਂ, ਜਿੱਦਾਂ ਕਿ ਸੜਕਾਂ ਲਗਾ ਲਓ, ਰੌਸ਼ਨੀ ਲਗਾ ਲਓ, ਸਫਾਈ ਲਗਾ ਲਓ, ਮੈਡੀਕਲ ਸਹੂਲਤਾਂ ਹਨ, ਇਹ ਸਾਰੀਆਂ ਜੋ ਮੁੱਢਲੀਆਂ ਜ਼ਰੂਰਤਾਂ ਹਨ ਉਹਨਾਂ ਦੀ ਪੂਰਤੀ ਕਰਨੀ ਇਹ ਨਗਰ ਕੌਂਸਲ ਦਾ ਕੰਮ ਹੈ। ਔਰ ਨਗਰ ਕੌਂਸਲ ਨੇ ਜੋ ਕੰਮ ਕਰਨੇ ਹਨ ਉਹ ਆਪਣੇ ਨਗਰ ਕੌਂਸਲਰਸ ਦੇ ਥਰੂ ਕਰਨੇ ਹਨ ਜੀ, ਉਹਨਾਂ ਨੇ ਹੀ ਕਰਨੇ ਹਨ। ਕਾਉਂਸਲਰ ਜਿਨ੍ਹਾਂ ਨੂੰ ਕਿ ਅਸੀਂ ਐਮਸੀ ਕਹਿੰਦੇ ਆ, ਤਾਂ ਨਗਰ ਚੁਣੀ ਹੋਈ ਨਗਰ ਕੌਂਸਲ ਆਪਣੇ ਐਮਸੀਆਂ ਦੇ ਥਰੂ ਹੀ ਉਹ ਸਾਰੇ ਕੰਮ ਕਰੇਗੀ ਜੀ। ਬੇਸਿਕ ਮੁੱਦਾ ਹੀ ਹੈ। ਹਾਂਜੀ। ਫਿਰ ਉਸ ਦਾ ਸੈਟਅਪ ਹੈ ਜਾਂਦੇ ਜੋ ਲੀਗਲ ਐਸਪੈਕਟਸ ਹਨ, ਜਿੱਥੇ ਨਗਰ ਕੌਂਸਲ ਦਾ ਆਫਿਸ ਰਨ ਕਰਨਾ ਹੈਗਾ, ਉਹਦੀ ਜੋ ਪ੍ਰਸ਼ਾਸਨਿਕ ਵਿਭਾਗ ਆ ਜਾਂਦੇ ਅੱਗੇ ਉਹਨਾਂ ਨੇ ਕੰਮ ਕਰਨਾ ਹੈਗਾ, ਔਰ ਉਹਨਾਂ ਨਾਲ ਐਗਜ਼ੀਕਿਊਟਿਵ ਆਫੀਸਰ ਆ ਜਾਂਦੇ ਹੈਗੇ ਨਗਰ ਕੌਂਸਲ ਦੇ, ਜੋ ਸਰਕਾਰ ਦੇ ਨੁਮਾਇੰਦੇ ਹੋ ਜਾਂਦੇ ਹੈਗੇ ਆ ਲੀਗਲ ਐਸਪੈਕਟਸ ਦੇ ਵਿੱਚ, ਉਹ ਸਾਰੇ ਉਹਨਾਂ ਨੇ ਕਾਉਂਸਲਰ ਦੇ ਨਾਲ ਕੰਮ ਕਰਨਾ ਹੈਗਾ। ਤਾਂ ਇੱਕ ਸੈਟਅਪ ਬਣ ਕੇ ਇੱਕ ਮਕੈਨੀਕਲ ਵੇ ਦੇ ਨਾਲ ਉਹ ਕੰਮ ਜਿਹੜਾ ਹੈਗਾ ਮੂਵ ਕਰਦਾ ਹੈ ਜੀ। ਅਗਰ ਥੋੜਾ ਆਪਾਂ ਹੋਰ ਬਾਰੀਕੀ ਦੇ ਵਿੱਚ ਜਾਈਏ ਜੀ, ਤਾਂ ਜਿੱਦਾਂ ਕਿ ਅੱਜ ਕੱਲ੍ਹ ਐਮਸੀ ਦੀਆਂ ਚੋਣਾਂ ਦਾ ਕਾਫੀ ਪ੍ਰਚਾਰ ਹੋ ਰਿਹਾ ਹੈ, ਲੋਕ ਜਿਨ੍ਹਾਂ ਨੇ ਉਮੀਦਵਾਰ ਨੇ ਐਮਸੀ ਦੇ, ਤਾਂ ਉਹ ਕਾਫੀ ਵੱਡੇ ਵਾਅਦੇ ਲੋਕਾਂ ਨਾਲ ਕਰਦੇ ਨੇ ਕਿ ਅਸੀਂ ਇਹ ਕਰ ਦਿਆਂਗੇ ਜਾਂ ਉਹ ਕਰ ਦਿਆਂਗੇ, ਜੋ ਵੀ ਹੈ ABC ਜੀ। ਲੇਕਿਨ ਉਹਦੇ 'ਚ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸਲ 'ਚ ਜੋ ਇਹ ਸਾਹਮਣੇ ਵਾਲਾ ਵਾਅਦਾ ਸਾਡੇ ਨਾਲ ਕਰ ਰਿਹਾ ਹੈ ਕਿ ਵਾਕਈ ਇਸ ਦੇ ਅੰਡਰ ਆਉਂਦਾ, ਜਾਂ ਇਹ ਆਪਣੇ ਵਿੱਤ ਤੋਂ ਵੱਧ ਗੱਲ ਕਰ ਰਿਹਾ ਕਿ ਉਹਦੇ ਅੰਦਰ ਦੀ ਗੱਲ ਹੀ ਨਹੀਂ ਹੈ, ਲੇਕਿਨ ਫਿਰ ਵੀ ਇਹ ਸਾਡੇ ਨਾਲ ਵੱਡੇ ਵਾਅਦੇ ਕਰ ਰਿਹਾ ਕਿ ਅਸੀਂ ਇਹ ਕਰ ਦਿਆਂਗੇ ਜੀ। ਤਾਂ ਤੁਹਾਨੂੰ ਕੀ ਲੱਗਦਾ ਕਿ ਅਸਲ ਦੇ ਵਿੱਚ ਜੇ ਅਗਰ ਆਪਾਂ ਉਹਨਾਂ ਕੰਮਾਂ ਦੀ ਗਿਣਤੀ ਕਰਨੀ ਚਾਹੀਏ ਤਾਂ ਕਿਹੜੇ ਹੋ ਸਕਦੇ ਨੇ ਜਿਹੜੇ ਕਿ ਜਿਨ੍ਹਾਂ ਦੇ ਵਾਅਦੇ ਉਹ ਕਰ ਦਿੰਦੇ ਨੇ ਆਮ ਤੌਰ ਤੇ? ਦੇਖੋ, ਇੱਕ ਗੱਲ ਮੈਂ ਪਿਛਲੇ ਐਪੀਸੋਡ ਦੇ ਵਿੱਚ ਵੀ ਆਪਾਂ ਨੇ ਕੀਤੀ ਸੀ ਕਿ ਇੰਡੀਆ ਇਜ਼ ਅ ਡੈਮੋਕ੍ਰੈਟਿਕ ਸੈਟਅਪ, ਔਰ ਡੈਮੋਕ੍ਰੇਸੀ ਦੇ ਵੀ ਇੱਕ ਚੀਜ਼ ਜੋ ਬੇਸਿਕ ਨੈਸੈਸਿਟੀ ਹੈ ਉਹ ਹੈ ਵੋਟਰ ਦਾ ਸਿੱਖਿਅਤ ਹੋਣਾ ਜੀ, ਉਸ ਦਾ ਕੌਨਸ਼ੀਅਸ ਹੋਣਾ, ਸਿਰਫ ਆਪਦੇ ਰਾਈਟਸ ਵਾਸਤੇ ਨਹੀਂ, ਆਪਦੀ ਡਿਊਟੀਜ਼ ਵਾਸਤੇ ਵੀ। ਜੇ ਮੈਂ ਇੱਕ ਵੋਟਰ ਹਾਂ, ਮੈਨੂੰ ਇਹ ਪਤਾ ਹੀ ਨਹੀਂ ਕਿ ਮਿਊਨਿਸਪਲ ਕੌਂਸਲ ਨੇ ਮੇਰੇ ਵਾਸਤੇ ਕੀ ਡਿਊਟੀਜ਼ ਹਨ, ਉਹਨਾਂ ਨੇ ਕੀ ਕਰਨਾ ਹੈ, ਜਾਂ ਇੱਕ ਐਮਸੀ ਮੇਰੇ ਵਾਸਤੇ ਕੀ ਕਰ ਸਕਦਾ ਹੈਗਾ, ਜਾਂ ਕੀ ਉਸ ਦੀਆਂ ਪਾਵਰਸ ਹਨ, ਕੀ ਉਸ ਦੇ ਰਾਈਟਸ ਹਨ, ਠੀਕ ਹੈ ਨਾ, ਤਾਂ ਉੱਥੇ ਜਾ ਕੇ ਸੈਟਅਪ ਦੇ ਵਿੱਚ ਗੜਬੜੀ ਹੋ ਜਾਂਦੀ ਹੈਗੀ। ਮੈਂ ਰੂਟੀਨ ਦੀ ਜੇ ਪ੍ਰੈਕਟੀਕਲ ਮੈਂ ਗੱਲ ਕਰਾਂ, ਕਈ ਗੱਲਾਂ ਨਾ ਕਮਲ ਜੀ ਆਈਡੀਅਲਿਸਟਿਕ ਪੁਆਇੰਟ ਆਫ ਵਿਊ ਤੋਂ ਕੀਤੀਆਂ ਬੜੀਆਂ ਅੱਛੀਆਂ ਲੱਗਦੀਆਂ, ਮਿੱਠੀਆਂ ਲੱਗਣਗੀਆਂ ਸੁਣਨ ਵਾਲਿਆਂ ਨੂੰ, ਅੱਛੀਆਂ ਲੱਗਣਗੀਆਂ, ਲੇਕਿਨ ਜੇ ਮੈਂ ਸੱਚਾਈ ਬੋਲਾਂਗਾ ਜਾਂ ਪ੍ਰੈਕਟੀਕਲ ਗੱਲਾਂ ਕਰਾਂਗਾ ਤਾਂ ਹੋ ਸਕਦਾ ਥੋੜ੍ਹੀਆਂ ਕੌੜੀਆਂ ਵੀ ਲੱਗਣ ਜੀ। ਪਰ ਚਲੋ, ਕੌੜੀਆਂ ਮਿੱਠੀਆਂ ਮੈਂ ਸੱਚ ਕਹਿਣ ਦੇ ਵਿੱਚ ਭਰੋਸਾ ਕਰਦਾ ਹਾਂ, ਔਰ ਮੈਨੂੰ ਕਹਿਣਾ ਚਾਹੀਦਾ ਹੈ। ਸੈਟਅਪ ਆਪਣੇ ਕੀ ਬਣ ਚੁੱਕਿਆ ਹੈਗਾ ਕਮਲ ਜੀ ਕਿ ਜਦੋਂ ਮੈਂ ਇੱਕ ਐਮਸੀ ਦੀ ਆਪਣੇ ਵਾਸਤੇ ਚੋਣ ਕਰਾਂਗਾ ਕਿ ਮੈਂ ਕਿਸ ਨੂੰ ਵੋਟ ਪਾਣੀ ਹੈ, ਤਾਂ ਰਿਵਰਸ ਮੈਂ ਚੈਨਲ ਅਡੋਪਟ ਕਰਦਾ ਹੈਗਾ। ਰਿਵਰਸ ਚੈਨਲ ਕੀ ਹੈ? ਮੈਂ ਜਾਪਾਨ ਦੀ ਗੱਲ ਕਰਦਾ ਹੈਗਾ। 42 ਦੇ ਵਿੱਚ ਜਾਪਾਨ ਬਿਲਕੁਲ ਖਤਮ ਹੋ ਗਿਆ ਸੀਗਾ ਸੈਕੰਡ ਵਰਲਡ ਵਾਰ ਦੇ ਵਿੱਚ, ਉਹਨੇ ਉੱਥੋਂ ਡਿਵੈਲਪ ਕੀਤਾ ਔਰ ਅੱਜ ਉਹ ਬਹੁਤ ਉੱਪਰ ਹੈ ਜੀ, ਸਾਡੇ ਤੋਂ ਵੀ ਬਹੁਤ ਉੱਪਰ ਹੈ, ਦੁਨੀਆ ਦੇ ਵਿੱਚ ਇੱਕ ਕੰਟਰੀ ਹੈ ਉਹ। ਜਾਪਾਨ ਦੇ ਵਿੱਚ ਕੀ ਹੈ ਕਿ ਉਹਨਾਂ ਲੋਕਾਂ ਨੇ ਆਪਣੇ ਨੈਸ਼ਨਲ ਕਰੈਕਟਰ ਨੂੰ ਸਭ ਤੋਂ ਅਹਿਮੀਅਤ ਦੇ ਕੇ ਚੱਲੇ ਉਹ। ਮੈਂ ਕਿਤੇ ਪੜ੍ਹ ਰਿਹਾ ਸੀ ਕਿ ਜੇ ਉਹਨਾਂ ਨੇ ਕਿਤੇ ਸਟ੍ਰਾਈਕ ਵੀ ਕਰਨੀ ਹੁੰਦੀ ਆ ਤਾਂ ਉਹ ਕੰਮ ਨਹੀਂ ਬੰਦ ਕਰਨ ਦਿੰਦੇ ਜੀ, ਨੈਸ਼ਨਲ ਪ੍ਰੋਡਕਸ਼ਨ ਨੂੰ ਲਾਸ ਨਹੀਂ ਹੋਣ ਦਿੰਦੇ। ਇੱਕ ਛੋਟੀ ਜਿਹੀ ਉਹਨਾਂ ਨੇ ਐਗਜ਼ਾਮਪਲ ਦਿੱਤੀ ਕਿ ਕੋਈ ਫੈਕਟਰੀ ਸੀ ਸ਼ੂਜ਼ ਦੀ, ਉੱਥੇ EMPLOYEES ਨੇ ਸਟ੍ਰਾਈਕ ਕੀਤੀ ਤਾਂ ਉਹਨਾਂ ਨੇ ਇਹ ਨਹੀਂ ਕਿ ਕੰਮ ਬੰਦ ਕਰਕੇ ਬਾਹਰ ਬੈਠ ਜਾਓ ਜਾਂ ਘਰਾਂ 'ਤੇ ਬੈਠ ਜਾਓ, ਨਹੀਂ, ਉਹਨਾਂ ਨੇ ਕੀ ਕੀਤਾ ਕਿ ਸ਼ੂ ਬਣਾਉਂਦੇ ਸੀ ਉਹ, ਤਾਂ ਪੈਰ ਦਾ ਇੱਕ ਸ਼ੂ ਬਣਾਉਣਾ ਸ਼ੁਰੂ ਕਰਤਾ, ਸੱਜੇ ਪੈਰ ਦਾ ਬਣਾਉਣਾ ਸ਼ੁਰੂ ਕਰਤਾ, ਖੱਬੇ ਦਾ ਬੰਦ ਕਰਤਾ। ਕੰਮ ਵੀ ਉਹਨਾਂ ਨੇ ਉਨਾ ਹੀ ਕੀਤਾ, ਲੇਕਿਨ ਸਟ੍ਰਾਈਕ ਕੀ ਕੀਤੀ ਉਹਨਾਂ ਨੇ ਕਿ ਸੇਲ ਵੀ ਨਹੀਂ ਹੋਏਗੀ ਫੈਕਟਰੀ ਦੀ। ਲੇਕਿਨ ਜਿੱਥੇ ਹੀ ਉਹਨਾਂ ਦੀ ਸਟ੍ਰਾਈਕ ਖੁੱਲੀ, ਉਹਨਾਂ ਨੇ ਨਾਲ ਦੂਜਾ ਪੈਰ ਸ਼ੁਰੂ ਕਰਤਾ, ਲੇਕਿਨ ਪ੍ਰੋਡਕਸ਼ਨ ਉਨੀ ਦੀ ਉਨੀ ਰਹੀ ਜੀ। ਸਭ ਤੋਂ ਪਹਿਲਾਂ ਕੀ ਸੋਚਦੇ ਹਨ? ਆਪਣੇ ਦੇਸ਼ ਦਾ, ਉਸ ਤੋਂ ਬਾਅਦ ਸਟੇਟ ਦਾ, ਫਿਰ ਸ਼ਹਿਰ ਦਾ, ਫਿਰ ਆਪਦੇ ਏਰੀਏ ਦਾ, ਫਿਰ ਆਪਣਾ ਜੀ। ਲੇਕਿਨ ਅਨਫੋਰਚੂਨੇਟਲੀ ਕਈ ਵਾਰੀ ਸਾਡੀ ਸੋਚ ਉਲਟੀ ਹੋ ਜਾਂਦੀ ਹੈ। ਇੱਥੇ ਅਸੀਂ ਪਹਿਲਾਂ ਆਪਦਾ ਸੋਚਾਂਗੇ ਜੀ,
ਫਿਰ ਮੈਂ ਆਪਦੀ ਗਲੀ ਦਾ ਸੋਚਾਂਗਾ, ਆਪਦੇ ਵਾਰਡ ਦਾ ਸੋਚਾਂਗਾ, ਉਸ ਤੋਂ ਬਾਅਦ ਮੈਂ ਸ਼ਹਿਰ ਦਾ ਸੋਚਾਂਗਾ, ਸ਼ਹਿਰ ਤੋਂ ਬਾਅਦ ਮੈਂ ਜਾ ਕੇ ਸਟੇਟ ਦਾ ਸੋਚਾਂਗਾ, ਫਿਰ ਮੈਂ ਕੰਟਰੀ ਦੇ ਲੈਵਲ ਦੇ ਉੱਤੇ ਜਾਂਦਾ ਹੈਗਾ। ਇਹ ਚੀਜ਼ ਨੂੰ ਜੇ ਡੈਮੋਕ੍ਰੇਸੀ ਦੇ ਵਿੱਚ ਆਪਾਂ ਆਏ ਹੈਗੇ ਆ ਤਾਂ ਇਹ ਚੀਜ਼ ਆਪਾਂ ਨੂੰ ਅਡਾਪਟ ਕਰਨੀ ਚਾਹੀਦੀ ਹੈ ਕਿ ਫਸਟ ਆਫ ਆਲ ਮੈਂ ਉਸ ਦਿਨ ਕਿ ਐਟੀਟਿਊਡ ਚੇਂਜ ਕਰਨ ਦੀ ਜ਼ਰੂਰਤ ਹੈ। ਐਟੀਟਿਊਡ ਚੇਂਜ ਕਰਨਾ, ਆਈ ਮਸਟ ਬੀ ਨੋਇੰਗ ਕਿ ਜੇ ਮੇਰਾ ਕੋਈ ਐਮਸੀ ਕਹਿ ਰਿਹਾ ਹੈਗਾ, ਤੁਹਾਨੂੰ ਮੈਂ ਇੱਕ ਹੋਰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਹੈਗਾ, ਛੋਟੇ ਛੋਟੇ ਬੜੀ ਸਿੰਪਲ ਜਿਹੀਆਂ ਗੱਲਾਂ ਨਾਲ ਮੈਂ ਕੋਸ਼ਿਸ਼ ਕਰਾਂਗਾ। ਆਪਾਂ ਜੇ ਭਿੱਖੀ ਤੱਕ ਵੀ ਇੱਕ ਬੱਸ ਤੇ ਜਾਣਾ ਹੋਵੇ, 20 ਕਿਲੋਮੀਟਰ ਵੀ ਜਰਨੀ ਕਰਨੀ ਹੋਵੇ, ਤਾਂ ਤੁਸੀਂ ਇਹ ਜ਼ਰੂਰ ਦੇਖੋਗੇ ਕਿ ਜੋ ਡਰਾਈਵਰ ਮੇਰੀ ਬੱਸ ਨੂੰ ਚਲਾ ਰਿਹਾ ਹੈਗਾ, ਇਜ਼ ਹੀ ਟ੍ਰੇਨ ਡਰਾਈਵਰ? ਉਹਨੂੰ ਟੈਕਨੀਕਲੀ ਸਾਰੀ ਬੱਸ ਚਲਾਉਣੀ ਆਉਂਦੀ ਹੈ ਨਾ ਚੰਗੀ ਤਰ੍ਹਾਂ, ਕਿਤੇ ਇਹ ਤਾਂ ਨਹੀਂ ਹੈ ਕਿ 2 ਕਿਲੋਮੀਟਰ ਜਾ ਕੇ ਬੱਸ ਨੂੰ ਕਿਤੇ ਉਹ ਠੋਕ ਦੇਗਾ, ਮੇਰੀ ਜਾਨ ਨੂੰ ਵੀ ਖਤਰਾ ਹੈ, ਮੇਰੀ ਪ੍ਰੋਪਰਟੀ ਨੂੰ ਵੀ ਖਤਰਾ ਹੈ। ਬਿਲਕੁਲ। ਕੀ ਜੇ ਤੁਹਾਨੂੰ ਇਹ ਪਤਾ ਲੱਗ ਜੇ ਕਿ ਉਹ ਡਰਾਈਵਰ ਨੂੰ ਪਤਾ ਨਹੀਂ ਹੈ ਕੁਝ, ਜਾਂ ਉਹਨੇ ਡਰਿੰਕ ਕੀਤੀ ਹੋਈ ਹੈ, ਜਾਂ ਉਹਨੇ ਕੋਈ ਨਸ਼ਾ ਕੀਤਾ ਹੋਇਆ ਹੈ, ਜਾਂ ਉਹ ਕੈਪੇਬਲ ਨਹੀਂ ਹੈ ਤੁਹਾਨੂੰ ਸੇਫਲੀ ਉੱਥੇ ਲੈ ਜਾਣ ਦੇ ਵਿੱਚ, ਕੀ ਤੁਸੀਂ ਉਸ ਬੱਸ ਦੇ ਵਿੱਚ ਸਫਾਰੀ ਕਰੋਗੇ? ਜੀ ਬਿਲਕੁਲ ਨਹੀਂ ਕਰੋਗੇ ਨਾ। ਤੇ ਜਦੋਂ ਇੱਕ ਤੁਸੀਂ, ਮੈਂ ਉਹਨਾਂ ਲੋਕਾਂ ਨੂੰ ਜੋ ਐਮਸੀਜ਼ ਦੇ ਕੈਂਡੀਡੇਟਸ ਹਨ ਉਹਨਾਂ ਵਾਸਤੇ ਮੈਂ ਖਾਸ ਤੌਰ ਤੇ ਕਹਾਂਗਾ ਕਿ ਇਮਾਨਦਾਰੀ ਬਹੁਤ ਅੱਛੀ ਚੀਜ਼ ਆ, ਤੁਸੀਂ ਕੈਪੇਬਲ ਹੋ, ਬਹੁਤ ਅੱਛੀ ਚੀਜ਼ ਹੈ, ਤੁਹਾਡੇ 'ਚ ਬੋਲਣ ਦਾ ਗੁਣ ਹੈ, ਬਹੁਤ ਅੱਛੀ ਚੀਜ਼ ਹੈ। ਲੇਕਿਨ ਇੱਕ ਮੈਂ ਰਿਕੁਐਸਟ ਜ਼ਰੂਰ ਕਰਾਂਗਾ ਕਿ ਸਿਰਫ 20-25 ਸੈਕਸ਼ਨ ਹੈਗੇ ਆ ਪੰਜਾਬ ਮਿਊਨਿਸਪਲ ਐਕਟ ਦੇ ਰੂਲਸ ਦੇ, ਪ੍ਰੋਸੀਜਰ ਦੇ, ਘੱਟੋ ਘੱਟ ਉਹਦੇ ਵਿੱਚੋਂ ਕਮਾਂਡ ਜ਼ਰੂਰ ਕਰ ਲੈਣ। ਜੇ ਮੈਂ ਕੱਲ੍ਹ ਨੂੰ ਮਿਊਨਿਸਪੈਲਿਟੀ ਦੀ ਰਿਸਪੌਂਸਿਬਿਲਿਟੀ ਲੈ ਕੇ ਬੈਠਦਾ ਹੈਗਾ ਨਗਰ ਕੌਂਸਲ ਦੀ, ਮੈਂ ਕੋਈ ਕੰਮ ਕਰਵਾਉਣਾ ਹੈ, ਮੈਂ ਆਪਣੇ ਵੋਟਰਸ ਨੂੰ ਪ੍ਰੋਟੈਕਟ ਕਰਨਾ, ਤਾਂ ਮੈਨੂੰ ਪਤਾ ਹੋਣਾ ਚਾਹੀਦਾ ਕਿ ਲਾਅ ਇਹਦੇ ਵਿੱਚ ਕੀ ਹੈ, ਕੀ ਮੈਂ ਇਹਦੇ ਵਿੱਚ ਕਰ ਸਕਦਾ ਹੈਗਾ, ਕੀ ਮੇਰੇ ਰਾਈਟਸ ਹਨ, ਕੀ ਮੇਰੀਆਂ ਡਿਊਟੀਜ਼ ਆ, ਕੀ ਮੇਰੀਆਂ ਮਜਬੂਰੀਆਂ ਹਨ, ਔਰ ਕਿਸ ਢੰਗ ਨਾਲ ਮੈਂ ਉਹਦੇ ਵਿੱਚੋਂ ਉਹਨਾਂ ਨੂੰ ਰਿਲੀਫ ਲੈ ਕੇ ਦੇ ਦੇਣਾ ਹੈ। ਇਹ ਚੀਜ਼ ਆਪਾਂ ਨੂੰ ਆਪਦੇ ਕੈਂਡੀਡੇਟ ਦੇ ਵਿੱਚ ਜ਼ਰੂਰ ਦੇਖਣੀ ਚਾਹੀਦੀ ਹੈਗੀ। ਜੇ ਇਹ ਚੀਜ਼ ਉਹਦੇ ਵਿੱਚ ਆ ਜਾਂਦੀ ਹੈਗੀ ਆ, ਓਨੈਸਟਲੀ ਹੋ ਜਾਂਦੀ ਹੈ, ਤਾਂ ਬਾਕੀ ਤਾਂ ਛੋਟੇ ਮੁੱਦੇ ਬਾਇਓ ਪ੍ਰੋਡਕਟਸ ਹੁੰਦੇ ਆ ਉਸ ਤੋਂ ਬਾਅਦ। ਯਾਨੀ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਵੀ ਐਮਸੀ ਦੇ ਉਮੀਦਵਾਰ ਨੇ, ਲੋਕਾਂ ਨੂੰ ਉਹਨਾਂ ਤੋਂ ਇਹ ਸਵਾਲ ਜ਼ਰੂਰ ਕਰਨਾ ਚਾਹੀਦਾ ਕਿ ਉਹਨਾਂ ਨੇ ਮਿਊਨਿਸਪਲ ਐਕਟ ਪੜ੍ਹਿਆ, ਜਾਂ ਉਹ ਜਾਣਦੇ ਨੇ ਕਿ ਉਹਨਾਂ ਦੇ ਅਸਲ 'ਚ ਕੰਮ ਕੀ ਨੇ, ਜਾਂ ਉਹ ਕੀ ਕਰਨਗੇ, ਉਹਨਾਂ ਦੇ ਅਧਿਕਾਰ ਖੇਤਰ 'ਚ ਕੀ ਹੈ। ਇਹ ਹਰ ਐਮਸੀ ਦੇ ਕੈਂਡੀਡੇਟ ਲਈ ਇਹ ਜਾਣਨਾ ਮਿਊਨਿਸਪਲ ਐਕਟ ਪੜ੍ਹਨਾ। ਮੈਂ ਇਹ ਨਹੀਂ ਸਟ੍ਰੈਸ ਕਰਦਾ ਕਿ ਉਹ ਵਕੀਲ ਹੋਣੇ ਚਾਹੀਦੇ ਹੈਗੇ ਕਿ ਉਹਨਾਂ ਨੂੰ ਮਿਊਨਿਸਪਲ ਐਕਟ ਤੇ ਕਮਾਂਡ ਹੋਵੇ, ਲੇਕਿਨ ਬੇਸਿਕ ਸਾਰੇ ਪਤਾ ਹੋਣੇ ਚਾਹੀਦੇ, ਪ੍ਰੋਸੀਜਰ, ਪ੍ਰੈਕਟਿਸ ਔਰ ਪਾਵਰਸ, ਇਹ ਚੀਜ਼ਾਂ ਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈਗਾ, ਰੂਲਸ ਦਾ ਪਤਾ ਹੋਣਾ ਚਾਹੀਦਾ ਹੈਗਾ। ਕੋਈ ਬਾਹਲੀ ਲੰਬੀ ਚੌੜੀ ਗੱਲ ਨਹੀਂ ਹੈ, ਇੰਨੇ ਇੰਟੈਲੀਜੈਂਟ ਆਪਾਂ ਸਾਰੇ ਅੱਜ ਕੱਲ੍ਹ ਜਿਹੜੇ ਵੀ ਕੈਂਡੀਡੇਟਸ ਆਉਂਦੇ ਆ ਹੁੰਦੇ ਆ, ਕਿਸੇ ਚੀਜ਼ ਨੂੰ ਸਿੱਖਣਾ ਬੜੀ ਮਾਮੂਲੀ ਜਿਹੀਆਂ ਗੱਲਾਂ ਹੁੰਦੀਆਂ ਇਹ, ਤੇ ਇਹ ਜ਼ਰੂਰ ਹੋਣਾ ਚਾਹੀਦਾ ਜੀ। ਤੇ ਇੱਕ ਸਰ ਹੋਰ ਮੈਂ ਜਾਣਨਾ ਚਾਹੂੰਗਾ ਕਿ ਬਹੁਤ ਸਾਰੇ ਲੋਕ ਐਮਸੀ ਦੇ ਚੁਣਾਵ ਤੇ ਕਾਫੀ ਸਾਰਾ ਖਰਚ ਵੀ ਕਰ ਦਿੰਦੇ ਨੇ, ਉਹ ਚਾਹੇ ਜਾਇਜ਼ ਕਹਿ ਸਕਦੇ ਹਾਂ ਜਾਂ ਫਿਰ ਕਈ ਵਾਰ ਨਾਜਾਇਜ਼ ਤੌਰ ਤੇ ਵੀ ਹੁੰਦਾ, ਤਾਂ ਲੋਕਾਂ ਦੇ ਮਨਾਂ 'ਚ ਸਵਾਲ ਹੁੰਦਾ ਕਿ ਐਮਸੀ ਦੀ ਜਿਹੜੀ ਕਮਾਈ ਹੈ, ਜਾਂ ਕਹਿ ਲਈਏ ਕਿ ਐਮਸੀ ਦੀ ਕੋਈ ਤਨਖਾਹ ਵੀ ਹੁੰਦੀ ਹੈ, ਜਾਂ ਕਿੰਨੀ ਕੁ ਹੁੰਦੀ ਹੈ? ਦੋ ਸਵਾਲ ਆ ਗਏ ਤੁਹਾਡੇ ਇੱਕ ਸਵਾਲ ਦੇ ਵਿੱਚ ਇੱਥੇ, ਹੈ ਨਾ, ਦੋਨੋਂ ਅੱਡ ਅੱਡ ਹਨ। ਪਹਿਲਾਂ ਤਾਂ ਮੈਂ ਤਨਖਾਹ ਤੇ ਗੱਲ ਕਰ ਦੇਣਾ, ਆਪਾਂ ਨੂੰ ਤਨਖਾਹ ਨਹੀਂ ਕਹਾਂਗੇ, ਐਮੋਲੂਮੈਂਟਸ ਹੋ ਜਾਂਦੇ ਹੈਗੇ ਆ, ਔਨਰੇਰੀਅਮ ਹੈ, ਜਿਸ ਨੂੰ ਆਪਾਂ ਕੋਈ ਜ਼ਿਆਦਾ ਜੇ 5-6 ਹਜ਼ਾਰ ਰੁਪਈਆ ਹੈ, ਕੋਈ ਉਹਨੂੰ ਆਪਾਂ ਇਹ ਨਹੀਂ ਕਹਿੰਦੇ ਉਹ ਕੋਈ ਉਹ ਕਰ ਰਹੇ ਹੈਗੇ ਆ, ਬੜੀ ਛੋਟਾ ਜਿਹਾ ਅਮਾਊਂਟ ਹੁੰਦਾ ਹੈ ਇਹ। ਜਿੱਥੇ ਤੱਕ ਤੁਹਾਡੀ ਦੂਜੀ ਗੱਲ, ਉਹ ਤੁਸੀਂ ਖੁੱਲ੍ਹ ਕੇ ਵੀ ਪੁੱਛ ਲਓ, ਕੋਈ ਗੱਲ ਨਹੀਂ, ਮੈਂ ਉਹਦਾ ਜਵਾਬ ਦੇਵਾਂਗਾ ਕਿ ਖਰਚੇ ਇਲੈਕਸ਼ਨਾਂ ਤੇ ਇੰਨੇ ਹੁੰਦੇ ਆ, ਜੇ ਕੋਈ ਖਰਚਾ ਦੀ 10 ਲੱਖ ਰੁਪਈਆ ਖਰਚਾ ਕਰ ਦਿੰਦਾ ਹੈਗਾ ਤਾਂ ਉਹ ਕੀ ਹੈ? ਦੇਖੋ, ਮੈਂ ਇਸ ਨੂੰ ਕਰਪਟ ਪ੍ਰੈਕਟਿਸ ਗਿਣਦਾ ਹੈਗਾ ਜੀ, ਕਰਪਟ ਪ੍ਰੈਕਟਿਸ ਗਿਣਦਾ ਮੈਂ ਇਸ ਨੂੰ, ਸਹੀ ਨਹੀਂ ਹੈਗਾ ਜੀ, ਕਿਉਂਕਿ ਜੇ ਮੈਂ ਅੱਜ ਕਿਤੇ ਖਰਚਾ ਕਰਾਂਗਾ ਤਾਂ ਨੈਚੁਰਲੀ ਹਿਊਮਨ ਸਾਈਕੋਲੋਜੀ ਹੈ, ਜਾਂ ਤਾਂ ਮੇਰੀ 'ਚ ਇੰਨੀ ਕਪੈਸਿਟੀ ਹੋਵੇ ਕਿ ਮੈਂ ਉਹਨੂੰ ਦਾਨ ਸਮਝ ਕੇ ਕਰਤਾ, ਉਹ ਨਹੀਂ ਕਰ ਸਕਦਾ, ਠੀਕ ਹੈ। ਜੇ ਇੱਕ ਐਮਸੀ ਬਣਨ ਵਾਸਤੇ ਮੈਂ ਖਰਚਾ ਕਰ ਰਿਹਾ ਹੈ, ਤਨਖਾਹ ਮੈਨੂੰ ਕੋਈ ਮਿਲ ਨਹੀਂ ਰਹੀ ਹੈ ਜੀ, ਠੀਕ ਹੈ, ਤਾਂ ਕਿਉਂ ਕਰ ਰਿਹਾ ਹੈਗਾ, ਠੀਕ ਹੈ। ਔਰ ਜਿੱਥੇ ਦੇਖੋ ਇੱਕ ਕੋਟੇਸ਼ਨ ਹੈ ਕਿ ਡੈਮੋਕ੍ਰੇਸੀ ਐਂਡ ਕਰਪਸ਼ਨ ਗੋ ਹੈਂਡ ਇਨ ਹੈਂਡ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਜੋ ਡੈਮੋਕ੍ਰੇਸੀ ਇਜ਼ ਬੇਸਡ ਅਪਨ ਵੋਟ ਬੈਂਕ, ਜਿੱਥੇ ਮੈਂ ਵੋਟ ਬੈਂਕ ਲੈਣਾ ਹੈਗਾ, ਮੈਂ ਆਪਣੇ ਵੋਟ ਬਣਾਉਣੇ ਹੈਗੇ ਆ, ਤਾਂ ਮੈਨੂੰ ਤੁਹਾਡਾ ਪਰਸਨਲ ਇੰਟਰਸਟ ਨੂੰ ਵਾਚ ਕਰਨਾ, ਪ੍ਰੋਟੈਕਟ ਕਰਨਾ ਪਏਗਾ ਜੀ, ਤਾਂ ਉੱਥੇ ਮੈਨੂੰ ਮੇਰੀ ਓਨੈਸਟੀ ਕਿੱਥੇ ਸਟੈਂਡ ਕਰੇਗੀ। ਜਿੱਥੇ ਮੈਂ ਪਰਸਨਲ ਇੰਟਰਸਟ ਵਾਚ ਕਰਨ ਲੱਗ ਜਾਵਾਂਗਾ, ਉੱਥੇ ਜੋ ਜਨਰਲ ਇੰਟਰਸਟ ਹੈ ਜਾਂ ਪੂਰੇ ਸ਼ਹਿਰ ਦਾ ਇੰਟਰਸਟ ਹੈ ਉਹ ਥੱਲੇ ਆ ਜਾਏਗਾ ਜੀ, ਠੀਕ ਹੈ। ਐਂਡ ਦੈਟ ਇਜ਼ ਦਾ ਰੀਜ਼ਨ ਕਿ ਕਰਪਸ਼ਨ ਉੱਥੇ ਆ ਕੇ ਬਲੀਡ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਆ। ਤਾਂ ਉਹਨੂੰ ਰੋਕਣ ਵਾਸਤੇ ਤਾਂ ਸਾਨੂੰ ਇਹ ਹੈ ਕਿ ਪਹਿਲਾਂ ਹੀ ਇਸ ਗੱਲ ਦੀ ਅਸੀਂ ਮੁਖਾਲਫਤ ਕਰੀਏ, ਇਸ ਗੱਲ ਦੀ। ਕੈਂਡੀਡੇਟਸ ਵੀ ਹੁਣ ਜੇ ਹੈ 1 to 1, ਮੈਂ ਤਾਂ ਅੱਜ ਵੀ ਕਹਿਣਾ ਹੈਗਾ, ਤੁਸੀਂ ਦੇਖੋ ਮੀਡੀਆ ਦਾ ਯੁੱਗ ਹੈ ਇਹ, ਤੁਹਾਡੀ ਵੀ ਡਿਊਟੀ ਬਣਦੀ ਹੈ ਕਮਲ ਜੀ, ਤੁਸੀਂ ਮੀਡੀਆ 'ਚ ਬੈਠੇ ਹੈਗੇ ਹੋ, ਕਿ ਤੁਸੀਂ ਵੋਟਰਸ ਨੂੰ ਕੰਟੈਕਟ ਕਰੋ ਕਿ ਕੀ ਚਾਹੁੰਦੇ ਹੈਗੇ ਆ। ਕੈਂਡੀਡੇਟਸ ਤੁਹਾਡੇ ਚੈਨਲ ਦੇ ਥਰੂ ਜਾਂ ਕਿਸੇ ਵੀ ਢੰਗ ਦੇ ਨਾਲ ਵੋਟਰਸ ਤੱਕ ਆਪਣੀ ਗੱਲ ਕਹਿਣ ਕਿ ਕੀ ਹੈ। ਅੱਗੇ ਵੋਟਰ ਨੇ ਦੇਖਣਾ ਹੈ ਕਿ ਜੋ ਗੱਲ ਕਹਿ ਰਹੇ ਹੈਗੇ ਆ ਉਹ ਵਾਕਈ ਕਿੰਨੀ ਪ੍ਰੈਕਟੀਕਲ ਹੈਗੀ ਹੈ, ਕਿੰਨੀ ਨਹੀਂ ਹੈਗੀ
ਜੀ ਹੈ ਨਾ। ਤਾਂ ਵੋਟਰ ਨਹੀਂ, ਉੱਥੇ ਵੋਟਰ ਦੀ ਕੌਨਸ਼ੀਅਸਨੈਸ ਆ ਜਾਂਦੀ ਹੈਗੀ ਆ। ਲੇਕਿਨ ਕਰਪਸ਼ਨ ਨੂੰ ਰਿਮੂਵ ਕਰਨ ਵਾਸਤੇ ਬੇਸ ਇੱਥੋਂ ਹੀ ਆਪਾਂ ਨੂੰ ਕੱਟ ਆਫ ਕਰਨਾ ਪਏਗਾ। ਤਾਂ ਇੱਥੇ ਹੀ ਆਪਾਂ ਨੂੰ ਜਿਹੜਾ ਕੱਟ ਪੁਆਇੰਟ ਦੇਣਾ ਉਹ ਜੇ ਆਪਾਂ ਇੱਥੇ ਹੀ ਦੇ ਦਈਏ ਕਿ ਕੋਈ ਮਿਊਨਿਸਪਲ ਕਮਿਸ਼ਨ ਨਾਲ ਆਪਾਂ ਕਮਿਟ ਕਰਾ ਲਈਏ ਕਿ ਕੋਈ ਖਰਚਾ ਨਹੀਂ ਕਰੇਗਾ। ਪੁਰਾਣੇ ਜਿਵੇਂ ਜੋ ਬਚਪਨ 'ਚ ਦੇਖਦੇ ਹੁੰਦੇ ਸੀ, ਉਹ ਬੈਜ ਬਣਾ ਕੇ ਲਗਾਉਂਦੇ ਹੁੰਦੇ ਸੀ ਇੱਥੇ, ਹੈ ਨਾ, ਝੰਡੀਆਂ ਦੇ ਉੱਤੇ ਖਰਚਾ ਹੁੰਦਾ ਸੀਗਾ। ਕੀ ਫਨ ਹੈ ਉਸਦਾ? ਨੋ ਫਨ। ਸਾਈਕੋਲੋਜੀਕਲ ਇਫੈਕਟ ਸੀ ਕਿ ਹਾਂ ਵੀ ਸਾਡੀ ਚੜ੍ਹਾਈ ਹੈਗੀ ਆ, ਮੈਂ ਜਿੱਤ ਰਿਹਾ ਹੈਗਾ, ਇੰਨੇ ਲੋਕਾਂ ਦੇ ਝੰਡੇ ਲੱਗੇ ਹੋਏ ਆ, ਉਹ ਹੈ। ਲੇਕਿਨ ਅੱਜ ਦੀ ਇਸ ਦੇ ਵਿੱਚ ਨਹੀਂ ਹੈ। ਵੋਟਰ ਸਿਆਣਾ ਵੀ ਹੋ ਚੁੱਕਿਆ ਹੈਗਾ ਜੀ, ਹੀ ਨੋਜ਼ ਜੀ ਬਿਲਕੁਲ। ਯਾਨੀ ਕਿ ਦੋਸਤੋ ਇੱਥੇ ਇੱਕ ਵੋਟਰ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਵੀ ਉਮੀਦਵਾਰ ਅਗਰ ਤੁਹਾਡੀ ਵੋਟ ਨੂੰ ਖਰੀਦਣ ਦਾ ਯਤਨ ਕਰ ਰਿਹਾ ਹੈ, ਤੁਹਾਡੇ ਤੇ ਖਰਚ ਕਰ ਰਿਹਾ ਹੈ, ਤਾਂ ਤੁਸੀਂ ਸੋਚੋ ਕਿ ਜੋ ਡਿਊਟੀ ਤੁਸੀਂ ਉਹਨੂੰ ਦੇਣ ਜਾ ਰਹੇ ਹੋ, ਕੀ ਉਹ ਅੱਗੇ ਜਾ ਕੇ ਉਸ ਨੂੰ ਇਮਾਨਦਾਰੀ ਦੇ ਨਾਲ ਨਿਭਾ ਪਾਏਗਾ? ਕੀ ਉਹ ਕਰਪਸ਼ਨ ਦੇ ਵਿਰੋਧ ਦੇ ਵਿੱਚ ਖੜਾ ਹੋਏਗਾ ਜਾਂ ਕਰਪਸ਼ਨ ਨਹੀਂ ਕਰਨ ਦੇਗਾ? ਤੇ ਇਹ ਸਵਾਲ ਤੁਹਾਡੇ ਲਈ ਹੈ, ਇਹ ਫੈਸਲਾ ਵੀ ਤੁਹਾਡੇ ਤੇ ਹੀ ਹੈ। ਤਾਂ ਜੀ ਕਮਲ ਜੀ, ਇਹ ਤੁਸੀਂ ਬਹੁਤ ਹੀ ਵਧੀਆ ਗੱਲ ਕੀਤੀ ਹੈਗੀ ਆ। ਜਿੱਥੇ ਤੁਸੀਂ ਕਰਪਸ਼ਨ ਨੂੰ ਖਤਮ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹੋ, ਜੇ ਮੇਰੇ ਕੋਲੇ ਕੋਈ ਕੈਂਡੀਡੇਟ ਆਏਗਾ ਵੋਟ ਦੇ ਲਈ ਜੀ, ਤਾਂ ਮੈਂ ਤਾਂ ਸ਼ਾਇਦ ਉਹਨੂੰ ਪਹਿਲਾ ਸਵਾਲ ਇਹੀ ਕਹਾਂਗਾ ਕਿ ਕੀ ਤੁਸੀਂ ਮੰਦਿਰ ਦੇ ਵਿੱਚ, ਗੁਰਦੁਆਰੇ 'ਚ ਖੜੇ ਹੋ ਕੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ, ਬੱਚਿਆਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਕਸਮ ਖਾਣ ਨੂੰ ਤਿਆਰ ਹੋ ਕਿ ਨਾ ਕਰਪਸ਼ਨ ਕਰੋਗੇ ਔਰ ਹਿੱਕ ਦਾ ਜ਼ੋਰ ਲਾਓਗੇ ਕਿ ਨਗਰ ਕੌਂਸਲ ਦੇ ਵਿੱਚ ਕੋਈ ਕਰਪਸ਼ਨ ਨਾ ਚੱਲੇ। ਜੇ ਮੈਨੂੰ ਇਮਾਨਦਾਰੀ ਨਾਲ ਕੋਈ ਇਹ ਚੀਜ਼ ਦੀ ਸ਼ੋਰਟੀ ਦੇ ਦਿੰਦਾ ਹੈਗਾ ਤਾਂ ਮੈਂ 50% ਉਹਦੇ ਨਾਲ ਉੱਥੇ ਹੀ ਮਨੋ ਹੋ ਗਿਆ। ਉਸ ਤੋਂ ਬਾਅਦ ਉਹਦੀ ਨੀਅਤ, ਜੇ ਚੀਜ਼ ਉਹ ਕਰ ਗਿਆ ਹੈਗਾ, ਫਿਰ ਉਹਦੀ ਕੰਮ ਕਰਨ ਦੀ ਨੀਅਤ, ਜ਼ਮੀਰ, ਸਭ ਚੀਜ਼ਾਂ ਉਹਦੇ ਨਾਲ ਹੋ ਜਾਣਗੀਆਂ ਜੀ। ਫਿਰ ਉਹਨੂੰ ਨੌਲੇਜ ਲੈਣੀ ਵੀ ਕੋਈ ਔਖੀ ਨਹੀਂ ਹੈਗੀ, ਫਿਰ ਉਹਨੂੰ ਕੰਮ ਕਰਨਾ ਵੀ ਔਖਾ ਨਹੀਂ ਹੈਗਾ। ਲੇਕਿਨ ਜਿੱਥੇ ਮੈਂਸਰੀ ਆਪਣੀ ਇੰਟੈਂਸ਼ਨ ਸਹੀ ਆ ਜਾਂਦੀ ਹੈਗੀ ਆ, ਉੱਥੇ ਉਹ ਕਾਮਯਾਬ ਆ। ਵੀ ਸ਼ੁੱਡ ਵੋਟਰਾਂ ਨੂੰ ਕਹਿਣ ਇਹ ਗੱਲ, ਤੇ ਇਹ ਗੱਲ ਸ਼ੋਰ ਕਰਨੀ ਚਾਹੀਦੀ ਹੈ ਸਭ ਤੋਂ ਪਹਿਲਾਂ ਕਿ ਕਰਪਸ਼ਨ ਰੂਟ ਆਊਟ ਹੋਏ ਸਭ ਤੋਂ ਪਹਿਲੇ। ਜੀ, ਜਿੱਥੇ ਕਰਪਸ਼ਨ ਰੂਟ ਆਊਟ ਹੋਗੀ, ਡਿਵੈਲਪਮੈਂਟ ਇਜ਼ ਸ਼ੋਰਲੀ ਡਿਵੈਲਪਮੈਂਟ ਇਜ਼ ਦੇਅਰ। ਜੀ, ਫਿਰ ਹਰ ਇੱਕ ਚੀਜ਼ ਹੋ ਜਾਂਦੀ ਹੈ। ਇੱਕ ਕਰੋੜਾ ਸਾਹਿਬ ਹੋਰ ਆਪਾਂ ਗੱਲ ਕਰਾਂਗੇ ਕਿ ਇੱਕ ਜਿਹੜੇ ਲੋਕ ਨੇ ਸਾਡੇ ਜਨਰਲ, ਆਮ ਤੌਰ ਤੇ ਲੋਕ, ਉਹ ਆਪਣੇ ਐਮਸੀ ਤੋਂ ਕਿਸ ਤਰ੍ਹਾਂ ਦੀ ਉਮੀਦ ਕਰਦੇ ਨੇ ਆਮ ਤੌਰ ਤੇ? ਕੀ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਹੈ ਜਾਂ ਉਹਨਾਂ ਦੀ ਕੀ ਮਾਨਸਿਕਤਾ ਹੈ ਕਿ ਐਮਸੀ ਨੂੰ ਲੈ ਕੇ ਕਿ ਸਾਡੇ ਐਮਸੀ ਇਹ ਕੰਮ ਕਰਵਾਏਗਾ? ਕਈ ਵਾਰੀ ਜੀ ਸਾਡੀ ਲੋਕਾਂ ਦੀ ਕਈ ਐਕਸੈਪਸ਼ਨਸ ਆਰ ਆਲਵੇਜ਼ ਦੇਅਰ, ਲੇਕਿਨ ਆਮ ਤੌਰ ਤੇ ਕੀ ਹੁੰਦਾ ਕਿ ਅਸੀਂ ਆਪ ਦਾ ਫਾਇਦਾ ਪਹਿਲਾਂ ਸੋਚਦੇ ਹਾਂ। ਜੇ ਮੈਂ ਆਪਦੇ ਐਮਸੀ ਤੋਂ ਕੀ ਸੋਚਾਂਗਾ ਕਿ ਮੇਰੇ ਘਰ ਦੇ ਬਾਰੇ ਕੀ ਕਰ ਰਿਹਾ ਹੈਗਾ। ਜੇ ਮੈਂ ਕੋਈ ਕੰਮ ਇਦਾਂ ਦਾ ਕਰਵਾਉਣਾ ਹੈਗਾ ਜਿਹੜਾ ਐਜ਼ ਪਰ ਲਾ ਨਹੀਂ ਹੈ, ਤਾਂ ਮੈਂ ਕੋਸ਼ਿਸ਼ ਹੋਊਗੀ ਕਿ ਐਮਸੀ ਦੇ ਥਰੂ ਉਹ ਕਰਵਾ ਲਾਂ, ਠੀਕ ਹੈ ਜੀ। ਲੇਕਿਨ ਇਹ ਉਲਟਾ ਕੰਮ ਹੋ ਜਾਂਦਾ ਹੈਗਾ। ਮੈਂ ਪਹਿਲਾਂ ਇਹੀ ਗੁਜ਼ਾਰਿਸ਼ ਕੀਤੀ ਹੈ ਕਿ ਆਪਾਂ ਜੋ ਆਪਦੇ ਜਾਤੀ ਮੁਫਾਦ ਹਨ ਉਹਨਾਂ ਨੂੰ ਜੇ ਪਿੱਛੇ ਲੈ ਕੇ ਜਾਵਾਂਗੇ, ਲੇਕਿਨ ਕਈ ਗੱਲਾਂ ਦੇ ਵਿੱਚ ਉਹ ਜਸਟੀਫਾਈਡ ਵੀ ਹੈਗੇ ਆ। ਹੁਣ ਜੇ ਰਜਿਸਟਰੀ ਕਰਵਾਉਣੀ ਆ ਕਿਸੇ ਨੇ, ਤਾਂ ਉੱਥੇ ਹੈ ਕਿ ਉਹ ਐਮਸੀ ਦੀ ਆਇਡੈਂਟੀਫਿਕੇਸ਼ਨ ਮੰਗਦੇ ਹੈਗੇ ਆ ਕਿ ਆਇਡੈਂਟੀਫਿਕੇਸ਼ਨ ਪਾਵੇ ਐਮਸੀ ਆ ਕੇ। ਤਾਂ ਕਿ ਐਮਸੀ ਕੀ ਇਸ ਪੋਜੀਸ਼ਨ ਦੇ ਵਿੱਚ ਹੈ ਕਿ ਆਪਦੇ ਵਾਰਡ ਦੇ ਵੋਟਰ ਦੇ ਨਾਲ ਉਹ ਜਾਵੇ ਔਰ ਜਾ ਕੇ ਉੱਥੇ ਤਹਿਸੀਲ ਦੇ ਵਿੱਚ 2 ਘੰਟਾ ਜੇ ਲੱਗਦਾ ਹੈਗਾ ਲਾਵੇ ਔਰ ਉਹਦੇ ਨਾਲ ਉਹਦੀ ਆਇਡੈਂਟੀਫਿਕੇਸ਼ਨ ਪਾਵੇ। ਇਟ ਇਜ਼ ਹਿਸ ਡਿਊਟੀ, ਬਿਨਾਂ ਕੁਛ ਲਏ, ਬਿਨਾਂ ਕਿਸੇ ਐਕਸਪੈਕਟੇਸ਼ਨ ਦੇ। ਜੀ, ਜੇ ਉਹ ਕਰ ਸਕਦਾ ਹੈ ਤਾਂ ਹੀ ਇਜ਼ ਅ ਫਿਟ ਕੈਂਡੀਡੇਟ। ਫਿਰ ਉਹਨੂੰ ਇਹ ਆਪਦੇ ਇਸ ਗੱਲ ਵਾਸਤੇ ਉਹਨੂੰ ਜ਼ਰੂਰ ਤਿਆਰ ਰਹਿਣਾ ਚਾਹੀਦਾ ਕਿ ਉਹ ਇੱਕ ਅਹੁਦਾ ਨਹੀਂ ਲੈਣ ਜਾ ਰਿਹਾ ਹੈਗਾ, ਉਹ ਇੱਕ ਸੇਵਾ ਲੈਣ ਜਾ ਰਿਹਾ ਹੈ ਔਰ ਸੇਵਾ ਦੇ ਵਿੱਚ ਉਹਨੇ ਨਿਭਣਾ ਹੈ। ਨਿਭ ਸਕਦਾ, ਬਹੁਤ ਅੱਛਾ ਹੈ। ਅਸੀਂ ਉਹ ਚੀਜ਼ਾਂ ਤਾਂ ਐਕਸਪੈਕਟ ਕਰਨੀਆਂ, ਦੇਖੋ ਕੋਈ ਬੁਰਾ ਨਹੀਂ ਹੈ। ਲੇਕਿਨ ਜੇ ਆਪਾਂ ਜਾਤੀ ਮੁਫਾਦ ਦੀ ਗੱਲ ਸੋਚੀਏ ਕਿ ਇੱਕ ਪੂਰੇ ਵਾਰਡ ਦੀ ਕੌਜ਼ ਦੇ ਉੱਤੇ ਮੈਂ ਆਪਦਾ ਜਾਤੀ ਮੁਫਾਦ ਪੂਰਾ ਕਰਾਂ, ਉਹ ਤੇ ਫਿਰ ਗਲਤ ਹੈ, ਹੋਣਾ ਵੀ ਨਹੀਂ ਚਾਹੀਦਾ। ਤੇ ਇੱਕ ਗੱਲ ਹੋਰ ਅਰੋੜਾ ਸਾਹਿਬ ਕਿ ਜੋ ਇਸ ਵਾਰ ਸਾਡੇ ਬੁਢਲਾਡਾ ਸ਼ਹਿਰ ਦੀ ਜਦੋਂ ਨਗਰ ਕੌਂਸਲ ਦੀ ਚੋਣ ਦੀ ਗੱਲ ਚੱਲਦੀ ਹੈ ਤਾਂ ਸਾਡੇ 19 ਵਾਰਡ ਨੇ, ਇਹਦੇ ਵਿੱਚ 50% ਰਿਜ਼ਰਵੇਸ਼ਨ ਦੇ ਤਹਿਤ ਜੋ ਔਰਤਾਂ ਨੂੰ ਰਾਖਵੇਂ ਕੀਤੇ ਗਏ ਨੇ। ਤਾਂ ਇਸ ਰਾਖਵੇਂ ਕਰਨ ਬਾਰੇ ਤੁਸੀਂ ਕੀ ਕਹੋਗੇ? ਕਿਉਂਕਿ ਆਮ ਤੌਰ 'ਤੇ ਜਿਹੜੀਆਂ ਵੀ ਔਰਤ ਉਮੀਦਵਾਰ ਸਾਹਮਣੇ ਆ ਰਹੀਆਂ ਨੇ, ਉਹਨਾਂ ਦੀ ਜੋ ਆਇਡੈਂਟੀ ਹੈ, ਉਹਨਾਂ ਦੀ ਜੋ ਪਛਾਣ ਹੈ, ਉਹਨਾਂ ਦੇ ਪਤੀ ਕਰਕੇ ਹੈ ਜਾਂ ਉਹਨਾਂ ਦੇ ਘਰ ਦੇ ਕਿਸੇ ਹੋਰ ਵੱਡੇ ਮੈਂਬਰ ਕਰਕੇ ਹੈ, ਉਹਨੂੰ ਟਿਕਟ ਵੀ ਉਸੇ ਕਰਕੇ ਮਿਲ ਰਹੀ ਹੈ। ਤਾਂ ਤੁਹਾਨੂੰ ਕੀ ਲੱਗਦਾ ਕਿ ਜਦੋਂ ਅਜਿਹੇ ਮੈਂਬਰ ਜਿੱਤ ਕੇ ਨਗਰ ਕੌਂਸਲ ਦੇ ਵਿੱਚ ਜਾਣਗੇ ਤਾਂ ਕੀ ਉਹ ਆਪਣਾ ਬਣਦਾ ਰੋਲ ਅਦਾ ਕਰ ਪਾਉਣਗੇ? ਦੇਖੋ ਕਮਲ ਜੀ, ਮੈਂ ਛੋਟੀ ਜਿਹੀ ਗੱਲ ਹੀ ਤੁਹਾਨੂੰ ਕਹਿਣਾ ਹੈ ਜੀ। ਇਹ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਜੋ ਸਾਡਾ ਸਮਾਜ ਹੈ ਇਹ ਪੁਰਸ਼ ਪ੍ਰਧਾਨ ਸਮਾਜ ਹੈ। ਬਿਲਕੁਲ। ਜੋ ਹਾਊਸ ਵਾਈਫਸ ਹਨ ਉਹਨਾਂ ਦਾ ਇੰਨਾ ਐਕਸਪੋਜ਼ਰ ਹੁੰਦਾ ਉਹਨਾਂ ਦਾ ਕਿ ਉਹ ਦੁਨੀਆਦਾਰੀ ਨੂੰ ਬਹੁਤ ਜ਼ਿਆਦਾ ਸਮਝ ਪਾਉਣ। ਜੀ, ਠੀਕ ਹੈ ਨਾ।
ਔਰ ਨਾ ਹੀ ਉਹਨਾਂ ਨੂੰ ਪੋਲੀਟੀਕਲੀ ਇੰਨਾ ਪਤਾ ਹੋ ਪਾਉਂਦਾ। ਲੇਕਿਨ ਹਾਂ ਕਈ ਵਾਰੀ ਕੀ ਹੁੰਦਾ ਕਿ ਹਸਬੈਂਡ ਇਮਾਨਦਾਰ ਹੈ, ਜ਼ਮੀਰ ਹੈ, ਕਰਪਸ਼ਨ ਤੋਂ ਬਾਹਰ ਹੈ, ਅੱਛੀਆਂ ਉਹਨਾਂ ਕੋਲੇ ਪਲੈਨਿੰਗਸ ਹੈਗੀਆਂ। ਲੇਕਿਨ ਇੱਕ ਸਵਾਲ ਉਹਦੇ ਵਿੱਚ ਫੇਰ ਆ ਜਾਂਦਾ ਹੈਗਾ ਕਮਲ ਜੀ ਕਿ ਮੰਨ ਲਓ ਮੀਟਿੰਗ ਦੇ ਵਿੱਚ ਬੈਠੇ ਹੈਗੇ ਆ, ਤਾਂ ਜੋ ਮੀਟਿੰਗ ਦੇ ਵਿੱਚ ਬੈਠਣ ਦਾ ਰਾਈਟ ਹੈ ਉਹ ਤਾਂ MC ਨੂੰ ਹੈ। MC ਨੂੰ ਹੈ। ਮੀਟਿੰਗ ਦੇ ਵਿੱਚ ਕੋਈ ਮੁੱਦਾ ਆ ਰਿਹਾ ਹੈਗਾ, ਕੋਈ EO ਸਾਹਿਬ ਵਿੱਚ ਬੈਠੇ ਹੈਗੇ ਆ, ਉਹ ਗੱਲ ਕਰਦੇ ਹੈਗੇ ਆ, ਤਾਂ ਉੱਥੇ ਜੋ ਬ੍ਰੇਨ ਹੈ, ਮਾਈਂਡ ਹੈ, ਡਿਸੀਜਨ ਹੈ, ਇਮੀਡੀਏਟ ਡਿਸੀਜਨ ਤਾਂ ਉੱਥੇ ਹੀ ਲੈਣਾ ਹੈਗਾ ਜੀ। ਮੈਂ ਤੁਹਾਨੂੰ ਇੱਕ ਜਗ੍ਹਾ ਭੇਜ ਦਿੰਦਾ ਕਿ ਤੁਸੀਂ ਉੱਥੇ ਜਾ ਕੇ ਜੀ ਇਹ ਗੱਲ ਕਹਿਣੀ, ਆਪਾਂ ਇਸ ਗੱਲ ਤੇ ਹੋਣਾ, ਪਰ ਜੇ ਇਮੀਡੀਏਟ ਡਿਸੀਜਨ ਲੈਣਾ ਪੈਣਾ ਹੈਗਾ ਉਹ ਤੇ ਮੈਂ ਹੀ ਲੈਣਾ ਹੈਗਾ। ਉਹ ਅੜਚਨ ਆ ਸਕਦੀ ਹੈ, ਇਹ ਪ੍ਰੈਕਟੀਕਲ ਪ੍ਰੋਬਲਮ ਹੈ। ਤੇ ਲੇਕਿਨ ਹੈ ਤੇ ਸਹੀ, ਦੇਖੋ ਪਰਸਨਲ, ਦੀਜ਼ ਆਰ ਦਾ ਪਰਸਨਲ ਸਰਵਿਸਿਜ਼ ਜੀ, ਠੀਕ ਹੈ ਨਾ। ਤਾਂ ਪਰ ਕਿਤੇ ਨਾ ਕਿਤੇ ਤੁਸੀਂ ਵੀ ਇਹ ਮੰਨਦੇ ਹੋ ਕਿ ਸ਼ਾਇਦ ਪਰਫਾਰਮੈਂਸ ਦੇ ਵਿੱਚ, ਜਾਂ ਕਹਿ ਲਈਏ ਕਿ ਕਿਤੇ ਨਾ ਕਿਤੇ ਕੋਈ ਫਰਕ ਰਹਿ ਸਕਦਾ ਅਗਰ ਆਪਾਂ ਗੌਰਮੈਂਟ ਦੀ ਇਸ ਪਾਲਿਸੀ ਨੂੰ ਲਾਗੂ ਕਰਨ ਦੇ ਵਿੱਚ? ਅਗਰ ਦੇਖੋ ਫਰਕ ਤੇ ਰਹੇਗਾ ਕਮਲ ਜੀ। ਜੇ ਮੈਂ ਕਹਿੰਦਾ ਕਿ ਤੁਹਾਡੀ ਮੈਰਿਜ ਕਿਸੇ ਡਾਕਟਰ ਨਾਲ ਹੁੰਦੀ ਆ, ਠੀਕ ਹੈ, ਜੇ ਉਹ ਡਾਕਟਰ ਤੁਹਾਨੂੰ ਦੱਸ ਕੇ ਵੀ ਭੇਜ ਦੇਣਗੇ ਕਿ ਦੇਖੋ ਇਦਾਂ ਸਰਜਰੀ ਕਰਨੀ ਹੈ, ਤਾਂ ਕੀ ਤੁਸੀਂ ਉਸ ਕੰਪੀਟੈਂਸੀ ਨਾਲ ਕਰ ਪਾਓਗੇ? ਜੀ ਬਿਲਕੁਲ ਨਹੀਂ। ਤੁਸੀਂ ਹੈਗੇ ਹੋ, ਹੈ ਨਾ। ਲੇਕਿਨ ਇਟ ਡਿਪੈਂਡਸ ਅਪਨ ਪਰਸਨ ਟੂ ਪਰਸਨ, ਡਿਫਰ ਕਰਦਾ ਹੈ। ਕਈ ਵਾਰੀ ਜੇ ਲੇਡੀਜ਼ ਵੀ, ਉਹ ਲੇਡੀਜ਼ ਦਾ ਆਪਣਾ ਕੈਲੀਬਰ ਕੀ ਹੈ, ਉਹ ਆਪ ਕਿਸ ਹੱਦ ਤੱਕ ਜਾ ਰਹੇ ਹਨ, ਉਹਨਾਂ ਦੀ ਆਪ ਦੀ ਸੋਚ ਕੀ ਹੈ, ਠੀਕ ਹੈ ਨਾ, ਤਾਂ ਸਕਸੈਸਫੁਲ ਹੋ ਵੀ ਸਕਦੇ ਹਨ, ਕੋਈ ਇੱਦਾਂ ਦੀ ਗੱਲ ਨਹੀਂ। ਇਹ ਪਰਸਨ ਟੂ ਪਰਸਨ ਡਿਫਰ ਕਰੇਗਾ ਜੀ। ਲੇਕਿਨ ਜੋ ਬੇਸਿਕ ਪ੍ਰਿੰਸੀਪਲ ਹੈ ਉਹੀ ਹੈ ਕਿ ਦੀਜ਼ ਆਰ ਪਰਸਨਲ ਸਰਵਿਸਿਜ਼। ਜੇ ਮੈਂ ਵਕੀਲ ਹਾਂ ਤਾਂ ਕੋਰਟ ਦੇ ਵਿੱਚ ਖੜ੍ਹ ਕੇ ਵਕਾਲਤ ਮੈਂ ਹੀ ਕਰਦਾ ਹੈ। ਯਾਨੀ ਕਿ ਉਸ ਨੂੰ ਹੀ MC ਦੀਆਂ ਵੋਟਾਂ ਦੇ ਵਿੱਚ ਉਮੀਦਵਾਰ ਬਣਨਾ ਚਾਹੀਦਾ ਹੈ ਜੋ ਖੁਦ ਯੋਗਤਾ ਰੱਖਦਾ ਹੋਵੇ। ਤੁਸੀਂ ਮੈਨੂੰ ਉਹ ਸਵਾਲ ਪੁੱਛ ਰਹੇ ਹੋ ਜਿਹਦਾ ਜਵਾਬ ਮੈਂ ਪਹਿਲੇ ਦੇ ਚੁੱਕਿਆ ਹੈਗਾ ਕਮਲ ਜੀ। ਸ਼ਾਇਦ ਤੁਸੀਂ ਮੇਰੇ ਮੂੰਹ ਦੇ ਵਿੱਚ ਆਪਣੇ ਸ਼ਬਦ ਪਾਉਣਾ ਚਾਹੁੰਦੇ ਹੈਗੇ ਹੋ, ਲੇਕਿਨ ਮੈਂ ਬੜਾ ਸਪਸ਼ਟ ਇਸ ਗੱਲ ਨੂੰ ਕਰ ਚੁੱਕਿਆ ਹੈ ਜੀ ਕਿ ਪਰਸਨ ਟੂ ਪਰਸਨ ਇਹ ਡਿਫਰ ਕਰਦਾ ਹੈ। ਜੀ ਸਰ, ਆਪਣੀ ਇੱਕ ਹੋਰ ਪਿਛਲੀ ਇੰਟਰਵਿਊ ਦੇ ਵਿੱਚ ਜੋ ਗੱਲ ਹੋਈ ਸੀ SDM ਸਾਹਿਬ ਦੇ ਮੁੱਦੇ ਤੇ, ਤੁਸੀਂ ਉਹਨਾਂ ਦੀ ਕਾਫੀ ਤਾਰੀਫ ਉਹਨਾਂ ਦੇ ਕੰਮਾਂ ਦੀ ਕੀਤੀ, ਤਾਂ ਕੁਝ ਲੋਕਾਂ ਨੇ ਕਮੈਂਟ ਵੀ ਕੀਤੇ ਆ। ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਜਿਸ ਤਰੀਕੇ ਨਾਲ ਹੁਣ SDM ਸਾਹਿਬ ਕੰਮ ਕਰ ਰਹੇ ਨੇ, ਠੀਕ ਹੈ, ਉਹ ਅੱਛਾ ਕਰ ਰਹੇ ਨੇ ਸ਼ਹਿਰ ਦੇ ਲਈ, ਨੋ ਡਾਊਟ, ਲੇਕਿਨ ਉਹਨਾਂ ਨੇ ਕੁਝ ਆਸ਼ੰਕਾ ਜ਼ਾਹਿਰ ਕੀਤੀ, ਕੁਝ ਲੋਕਾਂ ਦੇ ਸਵਾਲ ਵੀ ਸਾਨੂੰ ਆਏ ਨੇਗੇ। ਉਹਨਾਂ ਦਾ ਪੁੱਛਣਾ ਹੈ ਕਿ SDM ਸਾਹਿਬ ਚਾਹੇ ਵਧੀਆ ਕਰ ਰਹੇ ਨੇ, ਲੇਕਿਨ ਉਹ ਕਾਫੀ ਕੁਝ ਰਹੱਸਮਈ ਹੁੰਦਾ ਹੈ, ਉਹ ਕੁਝ ਦੱਸਦੇ ਨਹੀਂ ਲੋਕਾਂ ਨੂੰ ਕਿ ਉਹ ਕੀ ਕਰਨਗੇ ਜਾਂ ਕੀ ਪਲਾਨ ਹੈ ਉਹਨਾਂ ਦਾ। ਲੋਕਾਂ ਦੇ ਮਨ 'ਚ ਬਹੁਤ ਸਾਰੀਆਂ ਗਲਤ ਫਹਿਮੀਆਂ ਵੀ ਹੁੰਦੀਆਂ ਨੇ, ਕਈ ਵਾਰੀ ਕੁਝ ਅਫਵਾਹਾਂ ਵੀ ਫੈਲ ਜਾਂਦੀਆਂ ਨੇ ਕਿ ਹੁਣ ਇਹ ਹੋਏਗਾ, ਲੇਕਿਨ ਸ਼ਾਇਦ ਅਸਲੀਅਤ ਕੁਝ ਹੋਰ ਹੁੰਦੀ ਹੈ। ਤਾਂ ਕਮਿਊਨੀਕੇਸ਼ਨ ਦਾ ਕਿਤੇ ਨਾ ਕਿਤੇ ਗੈਪ ਹੈ। ਤਾਂ ਤੁਸੀਂ ਕੀ ਕਹਿਣਾ ਚਾਹੋਗੇ ਇਸ ਸੰਬੰਧ 'ਚ? ਦੇਖੋ, ਇਹ ਹੈ ਕਿ ਜੋ ਇੱਕ ਅੱਛਾ ਆਫੀਸਰ ਹੈ ਉਹਨੂੰ ਪਤਾ ਹੁੰਦਾ ਉਹਦਾ ਆਪਣਾ ਕੰਮ ਕਰਨ ਦਾ, ਹਰੇਕ ਦਾ ਆਪਣਾ ਆਪਣਾ ਕੰਮ ਕਰਨ ਦਾ ਢੰਗ ਹੈ ਜੀ, ਕਿਸ ਢੰਗ ਨਾਲ ਉਹ ਕੰਮ ਕਰਦੇ ਹੈਗੇ ਆ। ਕੁਝ ਲੋਕ ਕੰਮ ਘੱਟ ਕਰ ਰਹੇ ਹੁੰਦੇ ਆ, ਉਹਦਾ ਐਕਸਪੋਜ਼ਰ ਜ਼ਿਆਦਾ ਦੇ ਰਹੇ ਹੁੰਦੇ ਆ, ਲੇਕਿਨ ਕੁਝ ਲੋਕ ਸਿਰਫ ਕੰਮ ਕਰਨ ਦੇ ਵਿੱਚ ਔਰ ਰਿਜ਼ਲਟ ਓਰੀਐਂਟੇਸ਼ਨ ਦੇ ਵਿੱਚ ਬਿਲੀਵ ਕਰਦੇ ਹੈਗੇ ਆ। ਲੇਕਿਨ ਜਿੱਥੇ ਤੱਕ ਜਰਨਲ ਅਸੂਲ ਦੀ ਇੱਕ ਗੱਲ ਆ ਜਾਂਦੀ ਹੈਗੀ ਆ, ਤਾਂ ਮੈਨੂੰ ਇੱਕ ਚੀਜ਼ ਲੱਗਦੀ ਹੈਗੀ ਆ ਕਿ ਐਡਮਿਨਿਸਟ੍ਰੇਟਰ ਦੇ ਵਿੱਚ ਔਰ ਪਬਲਿਕ ਦੇ ਵਿੱਚ ਲਾਇਸੈਂਸ ਜ਼ਰੂਰ ਹੋਣਾ ਚਾਹੀਦਾ ਹੈ ਜੀ, ਕੰਟੈਕਟੇਬਿਲਿਟੀ ਹੋਣੀ ਚਾਹੀਦੀ ਹੈਗੀ ਆ। ਮੈਂ ਛੋਟੀ ਜਿਹੀ ਇਸ ਦੀ ਐਗਜ਼ਾਮਪਲ ਲੈ ਰਿਹਾ ਹੈਗਾ ਕਿ ਜਿੱਦਾਂ ਜੋ ਪ੍ਰੈਜ਼ੈਂਟ ਪ੍ਰਾਈਮ ਮਿਨਿਸਟਰ ਹੈਗੇ ਆ ਮਿਸਟਰ ਨਰਿੰਦਰ ਮੋਦੀ, ਤਾਂ ਉਹਨਾਂ ਨੇ ਇੱਕ ਪ੍ਰੋਗਰਾਮ ਹੈ ਮਨ ਕੀ ਬਾਤ ਹੈ ਨਾ ਜੀ, ਉਹਦੇ ਥਰੂ ਉਹ ਜ਼ਰੂਰ ਪਬਲਿਕ ਨਾਲ ਇਨ ਟੱਚ ਰਹਿੰਦੇ ਕਿ ਅਸੀਂ ਕੀ ਕਰ ਰਹੇ ਹੈਗੇ ਆ, ਕੀ ਹੋ ਰਿਹਾ ਹੈਗਾ, ਤਾਂ ਕਿ ਉਹਦਾ ਪਤਾ ਰਹੇ। ਸਿਮਿਲਰਲੀ ਮੇਰੇ ਯਾਦ ਹੈ ਕਿ ਬਾਦਲ ਗਵਰਨਮੈਂਟ ਵੇਲੇ ਤਾਂ ਇੱਕੋ ਪ੍ਰੋਗਰਾਮ ਹੁੰਦਾ ਸੀਗਾ ਪਿੰਡਾਂ ਦੇ ਵਿੱਚ ਜਾ ਕੇ, ਦੈਟ ਵਾਜ਼ ਨੇਮਡ ਐਟ ਸੰਗਤ ਦਰਸ਼ਨ ਜੀ, ਸੰਗਤ ਦਰਸ਼ਨ। ਉੱਥੇ ਕੰਪਲੇਂਟਸ ਜਾਂ ਜੋ ਵੀ ਹੁੰਦੀਆਂ ਸੀ ਕਿਸ ਦੇ ਸੀ, ਉਹ ਸੁਣੀਆਂ ਜਾਂਦੀਆਂ ਸੀ। ਉਹ ਮੈਂ ਐਪਰੀਸ਼ੀਏਟ ਕਰਦਾ ਹੈਗਾ ਇਸ ਗੱਲੋਂ। ਦੇਖੋ, ਪੋਲੀਟੀਕਲੀ ਮੈਂ ਕਿਸੇ ਪਾਰਟੀ ਨਾਲ ਨਹੀਂ ਅਟੈਚ ਹੈਗਾ ਫਰੈਂਕਲੀ ਸਪੀਕਿੰਗ। ਜੋ ਵੀ ਕੋਈ ਅੱਛਾ ਕਰਦਾ ਹੈਗਾ ਮੈਂ ਉਹਨੂੰ ਐਪਰੀਸ਼ੀਏਟ ਕਰਦਾ ਹੈਗਾ, ਜੋ ਵੀ ਕਿਸੇ ਦੀ ਕੋਈ ਕਮੀ ਹੈਗੀ ਆ ਤਾਂ ਮੈਂ ਉਹਨੂੰ ਉਸ ਢੰਗ ਨਾਲ ਕਹਿ ਦਿੰਦਾ ਹੈਗਾ ਜੀ। ਤਾਂ ਉਹ ਚੀਜ਼ ਬੜੀ ਅੱਛੀ ਸੀ। ਤੁਹਾਡੀ ਗੱਲ ਜਿਹੜੀ ਹੈਗੀ ਆ ਉਹ ਪਬਲਿਕ ਤੱਕ ਜਾਣੀ ਚਾਹੀਦੀ ਹੈ। ਜੇ ਆਪਾਂ ਪਬਲਿਕ ਦਾ ਕੰਮ ਕਰ ਰਹੇ ਹੈਗੇ ਆ, ਪਬਲਿਕ ਦੇ ਕੰਮ ਹੋ ਰਹੇ ਹੈਗੇ ਆ, ਤੁਹਾਨੂੰ ਹੋਣ ਦਿਓ। ਲੇਕਿਨ ਕਈ ਵਾਰੀ ਕੀ ਹੁੰਦਾ ਕਿ ਕੁਝ ਲੋਕ ਨੈਗੇਟਿਵ ਮਾਈਂਡ ਹੁੰਦੇ ਹੈਗੇ ਆ, ਜਿਨ੍ਹਾਂ ਨੇ ਓਬਸਟਰਕਸ਼ਨਸ ਕ੍ਰੀਏਟ ਕਰਦੇ ਆ, ਤਾਂ ਕਈ ਵਾਰੀ ਕੋਈ 5 ਬੰਦਿਆਂ ਕਰਕੇ 95 ਬੰਦਿਆਂ ਦਾ ਨੁਕਸਾਨ ਹੁੰਦਾ ਹੈਗਾ ਜੀ। ਤਾਂ ਕਈ ਵਾਰੀ ਆਫੀਸਰ ਦਾ ਇਹ ਸਿਸਟਮ ਬਣ ਜਾਂਦਾ ਹੈਗਾ ਕਿ ਉਹ ਕੰਮ ਨੂੰ ਉਸ ਢੰਗ ਨਾਲ ਕਰਨਾ ਚਾਹੁੰਦੇ ਹੈਗੇ ਆ। ਲੇਕਿਨ ਮੈਂ ਜਿੱਥੇ ਤੱਕ ਮੇਰੇ ਜਾਤੀ ਵਿਚਾਰ ਹਨ,
ਮੈਂ ਜਾਤੀ ਤੌਰ ਤੇ ਇਹ ਕਹਿੰਦਾ ਕਿ ਪਬਲਿਕ ਨੂੰ ਐਕਸਪੋਜ਼ਰ ਤੇ ਇੱਕ ਕੰਟੈਕਟੇਬਿਲਿਟੀ ਲਾਇਸੈਂਸ ਪਬਲਿਕ ਨਾਲ ਜ਼ਰੂਰ ਹੋਣਾ ਚਾਹੀਦਾ ਹੈ। ਜੀ, ਵੈਸੇ ਹੀ ਪਬਲਿਕ ਨੂੰ ਹੱਕ ਹੈ ਕਿ ਉਹਨਾਂ ਨੂੰ ਪਤਾ ਹੋਵੇ, ਉਹਨੂੰ ਜਾਣਨ ਦਾ ਕਿ ਕੀ ਹੋ ਰਿਹਾ ਅਸਲ ਦੇ ਵਿੱਚ, ਕੀ ਹੋਏਗਾ, ਕਿਉਂਕਿ ਅਸਲ ਦੇ ਵਿੱਚ ਬਹੁਤ ਸਾਰੀਆਂ ਅਫਵਾਹਾਂ ਫੈਲਦੀਆਂ ਨੇ ਔਰ ਉਹ ਵਧੀਆਂ ਜਾਂਦੀਆਂ ਨੇ। ਅਸਲ 'ਚ ਸ਼ਾਇਦ ਉਹ ਸੱਚੀਆਂ ਵੀ ਨਹੀਂ ਹੁੰਦੀਆਂ, ਜਾਂ ਸੱਚੀਆਂ ਹੁੰਦੀਆਂ ਵੀ ਨੇ ਸਹੀ ਤਰੀਕੇ ਨਾਲ ਲੋਕਾਂ ਤੱਕ ਨਹੀਂ ਪਹੁੰਚਦੀਆਂ। ਤਾਂ ਕਿਉਂਕਿ ਹੁਣ ਪਿੱਛੇ ਜੇ ਜੋ ਰੇਲਵੇ ਰੋਡ ਤੇ ਕੰਮ ਹੋ ਰਿਹਾ ਹੈ, ਕੁਝ ਲੋਕ ਕਹਿ ਰਹੇ ਸੀ ਕਿ ਇੱਥੇ ਗ੍ਰਿਲ ਲੱਗੇਗੀ ਜੀ, ਇੱਥੇ 5 ਫੁੱਟ ਦੀ ਕੰਧ ਕੱਢ ਦਿੱਤੀ ਜਾਏਗੀ, ਲੇਕਿਨ ਕੋਈ ਸਪਸ਼ਟੀਕਰਨ ਸ਼ਾਇਦ ਉਹਨਾਂ ਵੱਲੋਂ ਨਹੀਂ ਦਿੱਤਾ ਗਿਆ ਕਿ ਅਸਲ 'ਚ ਹੋਏਗਾ ਕੀ। ਨਹੀਂ, ਦੇਖੋ ਮੈਂ ਉਹਨਾਂ ਬਾਰੇ ਨਹੀਂ ਕਹਿ ਸਕਦਾ, ਮੇਰੇ ਕੋਈ ਉਹਨਾਂ ਨਾਲ ਕੋਈ ਜਾਤੀ ਤਾਲੁਕਾਤ ਨਹੀਂ ਹੈਗੇ। ਐਜ਼ ਐਨ ਆਫੀਸਰ ਹੀ ਮੈਂ ਉਹਨਾਂ ਨੂੰ ਜਾਣਦਾ ਹੈ, ਐਜ਼ ਐਨ ਐਡਮਿਨਿਸਟ੍ਰੇਟਰ ਜਾਣਦਾ ਹੈਗਾ। ਲੇਕਿਨ ਜਿੰਨਾ ਕੋ ਕੰਮ ਉਹਨਾਂ ਨੇ ਕੀਤਾ ਹੈ, ਜਿਸ ਤੇਜ਼ੀ ਨਾਲ ਉਹ ਕੰਮ ਕਰਵਾ ਰਹੇ ਹੈਗੇ ਆ, ਉਹਦੇ 'ਚ ਮੈਂ ਇੰਨਾ ਜ਼ਰੂਰ ਸਮਝਦਾ ਹੈਗਾ ਨਾ, ਠੀਕ ਹੈ, ਮੈਚਿਓਰ ਆਫੀਸਰ ਜੀ, ਬੜੇ ਪ੍ਰੈਕਟੀਕਲ ਢੰਗ ਨਾਲ ਕੰਮ ਨੂੰ ਕਰ ਰਹੇ ਹੈਗੇ ਆ। ਔਰ ਜਿੱਦਾਂ ਦੀਆਂ ਅਫਵਾਹਾਂ ਹੈਗੀਆਂ, ਤੁਸੀਂ ਕਹਿ ਰਹੇ ਹੋ ਕਿ 5 ਫੁੱਟ ਦੀ ਕੰਧ ਕਢਾ ਦੇਣਗੇ ਜਾਂ ਗ੍ਰਿਲ ਕਢਾ ਦੇਣਗੇ, ਤਾਂ ਮੈਂ ਇੱਕ ਮੈਚਿਓਰ ਆਫੀਸਰ ਤੋਂ ਮੈਂ ਨਹੀਂ ਐਕਸਪੈਕਟ ਕਰਦਾ ਕਿ ਲਾ ਦੇ ਅਗੇਂਸਟ ਤੋਂ ਕੋਈ ਵੀ ਇੱਦਾਂ ਦੀ ਗੱਲ ਹੋ ਸਕਦੀ ਹੈਗੀ ਆ। ਰਾਈਟ ਟੂ ਈਜ਼ਮੈਂਟ ਹੈ, ਹੋਰ ਹੈ, ਬਹੁਤ ਕੁਛ ਹੈ ਇੱਦਾਂ ਦਾ। ਔਰ ਇੱਕ ਅੱਛੇ ਹੀ ਇਜ਼ ਅ ਵਾਈਜ਼ ਆਫੀਸਰ, ਤਾਂ ਉਹਨਾਂ ਨੂੰ ਪਤਾ ਹੈ। ਮੈਂ ਅਫਵਾਹਾਂ ਹੀ ਹੋ ਸਕਦੀਆਂ ਇਹ, ਮੈਨੂੰ ਨਹੀਂ, ਮੇਰਾ ਵਿਚਾਰ ਇਹ ਹੈ ਕਿ ਮੈਨੂੰ ਨਹੀਂ ਲੱਗਦਾ। ਪਰ ਤੁਸੀਂ ਇਸ ਗੱਲ ਦੇ ਜ਼ਰੂਰ ਧਾਰਨੀ ਹੋ ਕਿ ਉਹਨਾਂ ਨੂੰ ਕਮਿਊਨੀਕੇਟ ਜ਼ਰੂਰ ਕਰਨਾ ਚਾਹੀਦਾ, ਕਿਸੇ ਨਾ ਕਿਸੇ ਪਲੇਟਫਾਰਮ ਤੇ ਆ ਕੇ ਉਹਨਾਂ ਨੂੰ ਆਪਣੇ ਮਨ ਦੀ ਗੱਲ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਕਿ ਅਸਲ ਦੇ ਵਿੱਚ ਉਹ ਕਰਨਾ ਕੀ ਚਾਹੁੰਦੇ ਨੇ। ਨਹੀਂ, ਮੈਂ ਉਹਨਾਂ ਦੀ ਗੱਲ ਵੀ ਨਹੀਂ ਪਾਰਟੀਕੂਲਰਲੀ, ਹਰੇਕ ਹੀ ਜੋ ਐਡਮਿਨਿਸਟ੍ਰੇਟਰ ਹੈ, ਜੋ ਪਬਲਿਕ ਨਾਲ ਜੁੜਿਆ, ਪਬਲਿਕ ਦੇ ਕੰਮ ਕਰ ਰਹੇ ਹੈਗੇ ਆ, ਤਾਂ ਪਬਲਿਕ ਨਾਲ ਲਾਇਜ਼ਨ ਹੋਣਾ ਚਾਹੀਦਾ ਹੈ। ਜੀ ਜੀ। ਤੇ ਇੱਕ ਸਰ ਹੋਰ ਦੱਸੋ, ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਸਵਾਲ ਹੈ ਕਿ ਹੁਣ ਨਗਰ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ, ਨਵੀਂ ਨਗਰ ਕੌਂਸਲ ਚੁਣੀ ਜਾਏਗੀ, ਕੀ ਜੋ SDM ਸਾਹਿਬ ਦੀਆਂ ਜੋ ਪਾਵਰਾਂ ਨੇ ਉਹ ਸਾਰੀਆਂ ਫਿਰ ਨਵੀਂ ਚੁਣੀ ਗਈ ਨਗਰ ਕੌਂਸਲ ਦੇ ਕੋਲ ਚਲੀਆਂ ਜਾਣਗੀਆਂ, ਤੇ ਜਿਹੜੇ ਵਿਕਾਸ ਕਾਰਜ ਨੇ ਚੱਲ ਰਹੇ ਨੇ ਇਹਨਾਂ ਦਾ ਕੀ ਬਣੇਗਾ? ਦੇਖੋ, ਡਿਫਰੈਂਟ ਕਪੈਸਿਟੀਜ਼ ਹੈਗੀਆਂ, ਇੰਨੀ ਜੋ ਕਪੈਸਿਟੀਜ਼ ਹੈਗੀ ਹੈ ਇਸ ਵੇਲੇ, ਤੁਸੀਂ ਜੇ SDM ਕਹਿੰਦੇ ਹੈਗੇ ਹੋ, ਆਈਡੈਂਟੀਫਿਕੇਸ਼ਨ ਉਹਨਾਂ ਦੀ ਆਪਣੀ SDM ਦੀ ਹੈ ਜਿੱਥੇ ਵੀ ਆਪਾਂ ਗੱਲ ਕਰਦੇ ਹਾਂ ਜੀ, ਲੇਕਿਨ ਹੀ ਇਜ਼ ਵਰਕਿੰਗ ਐਜ਼ SDOC ਜੀ, ਠੀਕ ਹੈ, ਜਿੱਥੇ ਸਿਵਲ ਕੰਮ ਉਹ ਕਰ ਰਹੇ ਹੈਗੇ ਆ, ਜਿੱਥੇ CRPC ਦੇ ਅੰਡਰ ਉਹ ਕੰਮ ਕਰਦੇ ਹੈਗੇ, ਉੱਥੇ ਹੀ ਸਬ ਡਿਵੀਜ਼ਨਲ ਮੈਜਿਸਟ੍ਰੇਟ ਜੀ, ਔਰ ਜਿੱਥੇ ਰੈਵਨਿਊ ਦਾ ਕੰਮ ਕਰਦੇ ਹੈ ਇਜ਼ ਅਸਿਸਟੈਂਟ ਕਲੈਕਟਰ ਜੀ, ਉੱਥੇ ਉਹ DC ਦੀਆਂ ਪਾਵਰਸ ਵੀ ਕਲੈਕਟਰ ਦੀਆਂ ਪਾਵਰਸ ਯੂਜ਼ ਕਰ ਰਹੇ ਹੁੰਦੇ ਹੈਗੇ ਆ। ਔਰ ਜਦੋਂ ਕਮੇਟੀ ਦੇ ਵਿੱਚ ਹੈ ਐਜ਼ ਐਡਮਿਨਿਸਟ੍ਰੇਟਰ ਉਹਨਾਂ ਨੇ ਵਰਕ ਕਰਨਾ ਹੁੰਦਾ ਹੈ। ਤਾਂ ਜਿੱਥੇ ਕਮੇਟੀ ਫਾਰਮ ਹੋ ਜਾਏਗੀ ਉੱਥੇ ਉਹ ਬੇਸ਼ੱਕ ਐਡਮਿਨਿਸਟ੍ਰੇਟਰ, ਲੇਕਿਨ ਹਰੇਕ ਡਿਪਾਰਟਮੈਂਟ ਦੀ ਜੋ ਹੈ ਸੁਪਰਿੰਟੈਂਡੈਂਸ ਦਾ ਕੰਮ ਤਾਂ ਜੋ ਹੈ ਉਹ ਤਾਂ ਉਹਨਾਂ ਕੋਲ ਰਹੇਗਾ ਹੀ, ਵਾਚ ਤੇ ਉਹ ਕਰਨਗੇ ਹੀ ਕਰਨਗੇ, ਇਹ ਤਾਂ ਉਹਨਾਂ ਕੋਲ ਰਾਈਟ ਰਹਿਣਗੇ ਜੀ। ਨੋ ਡਾਊਟ ਜਿਹੜੇ ਰੂਟੀਨ ਵਰਕ ਹੈ ਕਮੇਟੀ ਦਾ ਉਹ ਨਗਰ ਕੌਂਸਲ ਕੋਲੇ ਆ ਜਾਏਗਾ ਜੀ, ਲੇਕਿਨ ਆਪਾਂ ਉਹਨਾਂ ਦਾ ਫਿਰ ਵੀ ਉਹਨਾਂ ਦਾ ਕਾਫੀ, ਜਿੱਦਾਂ ਜੋ ਰੂਰਲ ਡਿਵੈਲਪਮੈਂਟ ਬੋਰਡ ਹੈ ਉਹਦੇ ਵੀ ਉਹ ਚੇਅਰਮੈਨ ਹਨ ਐਜ਼ ਆਈ ਥਿੰਕ ਜੀ। ਅੱਛੇ, ਜਿੰਨੀਆਂ 6 ਮਿਊਨਿਸਪਲ ਕਮੇਟੀਜ਼ ਮੇਰੇ ਖਿਆਲ ਆਉਂਦੀਆਂ ਹਨ ਆਪਣੇ, ਜਿੰਨੀਆਂ ਵੀ ਹਨ, ਤਾਂ ਉਹ ਉਹਦੇ ਅਗੇਂਸਟ ਉਹਨਾਂ ਦੇ ਚੇਅਰਮੈਨ ਵੀ ਐਜ਼ ਚੇਅਰਮੈਨ ਵੀ ਵਰਕ ਕਰਦੇ ਹੈਗੇ ਆ ਜੀ। ਤਾਂ ਉਹ ਪਾਵਰਸ ਦਾ ਫਰਕ ਤੇ ਪਏਗਾ ਕਿਉਂਕਿ ਐਜ਼ ਐਡਮਿਨਿਸਟ੍ਰੇਟਰ ਨਹੀਂ ਉਹ ਕੰਮ ਕਰ ਰਹੇ ਹੋਣਗੇ, ਲੇਕਿਨ ਇਹ ਵੀ ਨਹੀਂ ਕਿ ਉਹ ਬਿਲਕੁਲ ਹੀ ਉਹਦੇ 'ਚੋਂ ਆਊਟ ਟੱਚ ਹੋ ਜਾਣਗੇ। ਜੋ ਉਹਨਾਂ ਨੇ ਪਲਾਨ ਕੀਤਾ ਹੈਗਾ ਤਾਂ ਉਹਦੇ 'ਚੋਂ ਫਿਰ ਵੀ ਉਹ ਮੇਰਾ ਖਿਆਲ ਪੂਰਾ ਜੋ ਡਿਵੈਲਪਮੈਂਟ ਹੈ ਉਹ 'ਚ ਕਾਫੀ ਉਹ ਉਹਨਾਂ ਦਾ ਪਾਰਟ ਜੀ। ਯਾਨੀ ਕਿ ਲੋਕਾਂ ਨੂੰ ਚਿੰਤਿਤ ਹੋਣ ਦੀ ਕੋਈ ਲੋੜ ਨਹੀਂ ਹੈ, ਵਿਕਾਸ ਦੇ ਇਹ ਕੰਮ ਇਸੇ ਤਰੀਕੇ ਨਾਲ ਹੁੰਦੇ ਰਹਿਣਗੇ, ਕਹਿ ਸਕਦੇ? ਇਹ ਤੇ ਮੈਂ ਨਹੀਂ ਕਹਿ ਸਕਦਾ ਹੈਗਾ, ਹਾਂ, ਲੇਕਿਨ ਅਸੀਂ ਐਕਸਪੈਕਟ ਬਹੁਤ ਕਰ ਰਹੇ ਹਾਂ ਜੀ, ਕਿ ਜੋ ਮੈਂ ਪਿਛਲੀ ਵਾਰੀ ਵੀ ਇਹ ਗੱਲ ਕਹੀ ਸੀ ਕਿ ਮੈਂ ਦੁਆ ਵੀ ਕਰਦਾ ਹਾਂ ਕਿ ਜੋ ਇਹ ਕੰਮ ਇਹਨਾਂ ਅੱਛੀ ਨੀਅਤ ਨਾਲ ਸ਼ੁਰੂ ਕੀਤੇ ਹੈਗੇ ਆ ਕਿ ਪੂਰ ਚੜ੍ਹਨ ਔਰ ਹੋਰ ਅੱਗੇ ਚੱਲਣ ਜੀ। ਔਰ ਬਲਕਿ ਇਹ ਤਾਂ ਇੱਕ ਇਹ ਹੈ ਕਿ ਜੋ ਆਪਣੇ ਕਾਉਂਸਲਰਸ ਆ ਰਹੇ ਹੈਗੇ ਆ, ਨਵੀਂ ਨਗਰ ਕੌਂਸਲ ਆ ਰਹੀ ਹੈਗੀ ਆ, ਉਹ ਵੀ ਇਸ ਨੂੰ ਇੱਕ ਪ੍ਰੈਸੀਡੈਂਟ ਲੈ ਕੇ ਚੱਲੇ ਕਿ ਹਾਂ ਕੰਮ ਇੰਨੀ ਤੇਜ਼ੀ ਨਾਲ ਔਰ ਇਸ ਢੰਗ ਨਾਲ ਵੀ ਹੋ ਸਕਦੇ ਆ। ਲੇਕਿਨ ਬੇਸ ਉਹਦੇ ਵਿੱਚ ਮੈਂ ਫਿਰ ਇਹੀ ਰਿਪੀਟ ਕਰਾਂਗਾ ਕਿ ਕਰਨ ਦੀ ਨੀਅਤ ਔਰ ਕਰਪਸ਼ਨ ਨੂੰ ਕੱਟ ਆਫ ਕਰਕੇ ਉਹਨਾਂ ਦਾ ਰਾਹ ਬੜਾ ਸੌਖਾ ਹੋਏਗਾ ਅੱਗੇ ਵਧਣ ਵਾਸਤੇ ਔਰ ਇੱਕ ਪ੍ਰੈਸੀਡੈਂਟ ਕਾਇਮ ਕਰਨ ਵਾਸਤੇ। ਮੈਂ ਬਲਕਿ ਇਹਨਾਂ ਨੂੰ ਕਹਾਂਗਾ ਜੋ ਵੀ ਐਸਕੀ ਨਗਰ ਕੌਂਸਲ ਆਉਂਦੀ ਆ ਤੇ ਮੈਂ ਤਾਂ ਉਹਨਾਂ ਨੂੰ ਇਹ ਵਿਸ਼ ਕਰਦਾ ਹੈਗਾ ਔਰ ਉਹਨਾਂ ਨੂੰ ਇਹ ਮੈਂ ਪ੍ਰੇਰਿਤ ਵੀ ਕਰਾਂਗਾ ਕਿ ਇੱਕ ਮਾਈਲਸਟੋਨ ਲਗਾ ਕੇ ਜਾਓ ਜੀ। ਲੋਕ ਕਹਿ ਸਕਣ ਕੱਲ ਨੂੰ ਕਿ ਹਾਂ ਯਾਰ ਉਹ ਜਿਹੜੀ ਨਗਰ ਕੌਂਸਲ ਇਸ ਟਰਮ ਦੇ ਵਿੱਚ ਆਈ ਸੀ, ਜਿੰਨੇ ਵਧੀਆ ਕੰਮ ਉਹ ਕਰ ਗਈ, ਉਹਦੇ ਨਾਲ ਦੇ ਕੋਈ ਕੰਮ ਨਹੀਂ ਕਰ ਸਕਿਆ ਹੈਗਾ ਜੀ। ਤਾਂ ਤੁਸੀਂ ਕਰਪਸ਼ਨ ਦਾ ਜ਼ਿਕਰ ਕੀਤਾ, ਮੈਂ ਜਾਂਦੇ ਜਾਂਦੇ ਇੱਕੋ ਹੀ ਸਵਾਲ ਅਰੋੜਾ ਸਾਹਿਬ ਤੁਹਾਨੂੰ ਕਰਨਾ ਚਾਹੂੰਗਾ ਜੀ ਕਿ ਕਰਪਸ਼ਨ ਦੀ ਜਦੋਂ ਗੱਲ ਚੱਲਦੀ ਹੈ ਤਾਂ ਖਾਸ ਤੌਰ 'ਤੇ ਸਾਡੀ ਮਿਊਨਿਸਪਲ ਕਮੇਟੀ ਦਾ ਜੋ ਪਹਿਲਾਂ ਕਾਫੀ ਲੋਕਾਂ ਨੇ ਇਲਜ਼ਾਮ ਵੀ ਲਗਾਏ ਕਿ ਇੱਥੇ ਬਹੁਤ ਕਰਪਸ਼ਨ ਹੁੰਦੀ ਹੈ ਜੀ। ਤਾਂ ਅਗਰ ਆਪਾਂ ਗੱਲ ਕਰੀਏ ਕਰਪਸ਼ਨ ਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਹੈ, ਤਾਂ ਤੁਹਾਡੀ ਕੁਝ ਸ਼ਬਦਾਂ 'ਚ ਜਿਹੜੀ ਰਾਏ ਆ ਉਹ ਕੀ ਹੋਏਗੀ?
ਦੇਖੋ ਬੜਾ ਬਹੁਤ ਹੀ ਇਹ ਵਾਸਟ ਮੁੱਦਾ ਹੈ, ਔਰ ਜੇ ਇਸ 'ਤੇ ਆਪਾਂ ਲੈਬੋਰੇਟਰੀ ਢੰਗ ਨਾਲ ਬੋਲਣ ਲੱਗ ਜਾਈਏ ਤਾਂ ਪਤਾ ਨਹੀਂ ਕਿੰਨੇ ਘੰਟੇ ਲੈ ਜਾਏਗਾ। ਜੀ। ਕਰਪਸ਼ਨ ਨੂੰ ਖਤਮ ਕਰਨ ਦਾ ਕੀ ਹੈ ਕਿ ਕਰਪਸ਼ਨ ਹੀ ਕਰਪਸ਼ਨ ਨੂੰ ਬਰੀਡ ਕਰਦੀ ਹੈਗੀ ਆ। ਮੈਂ ਓਨੈਸਟ ਹਾਂ, ਮੇਰਾ ਦਿਲ ਨਹੀਂ ਕਰਦਾ, ਮੈਂ ਕਹਿੰਦਾ ਕਿ ਮੈਂ ਯਾਰ ਕਰਪਸ਼ਨ ਨਹੀਂ ਕਰਨੀ। ਕਰਪਸ਼ਨ ਸਿਰਫ ਲੈਣਾ ਨਹੀਂ, ਦੇਣਾ ਵੀ ਕਰਪਸ਼ਨ ਹੈ। ਔਰ ਕਰਪਸ਼ਨ ਸਿਰਫ ਪੈਸੇ ਦੇ ਨਾਲ ਨਹੀਂ ਹੈ, ਕਰਪਸ਼ਨ ਕਿਸੇ ਵੀ ਢੰਗ ਨਾਲ ਹੋ ਸਕਦੀ ਹੈ। ਮੈਂ ਤੁਹਾਨੂੰ ਮੇਰੇ ਕੋਲ ਕੋਈ ਰਾਈਟਸ ਹੈਗੇ ਔਰ ਤੁਹਾਨੂੰ ਮੈਂ ਆਊਟ ਆਫ ਦੀ ਵੇ ਉਹਦੇ ਵਿੱਚੋਂ ਰਿਲੀਫ ਦੇ ਦਿੰਦਾ ਹੈਗਾ, ਦੈਟ ਇਜ਼ ਆਲਸੋ ਕਰਪਸ਼ਨ। ਔਰ ਕਰਪਸ਼ਨ ਲੈਣਾ ਔਰ ਦੇਣਾ ਇਕੁਅਲ ਅਫੈਂਸ ਹੈਗੇ, ਠੀਕ ਹੈ। ਲੇਕਿਨ ਸਿਸਟਮ ਕੀ ਚੱਲ ਰਿਹਾ ਹੈਗਾ, ਮੰਨ ਲਓ ਮੈਂ ਕਿਸੇ ਆਫਿਸ ਦੇ ਵਿੱਚ ਜਾਣਾ ਹੈਗਾ ਔਰ ਮੈਨੂੰ ਲਾਈਨ ਦੇ ਵਿੱਚ ਲੱਗਣ ਵਾਸਤੇ ਕਿਹਾ ਜਾਂਦਾ ਹੈਗਾ, ਮੈਂ ਲਾਈਨ 'ਚ ਲੱਗ ਗਿਆ, ਮੇਰੇ 4 ਘੰਟੇ ਉੱਥੇ ਲੱਗ ਜਾਣੇ ਹੈਗੇ ਆ। ਲੇਕਿਨ ਅੱਗੇ ਇਹ ਵੀ ਹੈ ਕਿ ਕੋਈ ਬੰਦਾ ਕੁਝ ਦਿੰਦਾ ਹੈਗਾ ਔਰ ਨਾਲ ਫ੍ਰੀ ਹੋ ਕੇ ਚਲਾ ਜਾਂਦਾ ਹੈਗਾ, ਤਾਂ ਉੱਥੇ ਮੇਰਾ ਮਨ ਜ਼ਰੂਰ ਇੱਕ ਵਾਰੀ ਗੋਤਾ ਖਾਏਗਾ ਕਿ ਯਾਰ ਮੈਂ 4 ਘੰਟੇ ਇੱਥੇ ਵੇਸਟ ਕਰ ਰਿਹਾ ਹੈਗਾ, ਕੰਮ ਛੱਡ ਕੇ ਆਇਆ ਹੈਗਾ, ਇੱਥੇ ਖੜਾ ਵੀ ਹੈਗਾ, ਔਰ ਕਿਉਂ ਨਾ 50 ਰੁਪਏ ਦੇ ਕੇ ਹੀ ਆਪਾਂ ਬਾਹਰ ਦੇ ਬਾਹਰ ਨਿਕਲ ਜਾਈਏ। ਠੀਕ ਹੈ ਨਾ ਜੀ। ਆਪਾਂ ਨੂੰ ਸੈਟਅਪ ਨੂੰ ਚੇਂਜ ਕਰਨਾ ਪਏਗਾ ਜੀ। ਉਹ ਸੈਟਅਪ ਕਰਨ ਦੀਆਂ ਪਾਵਰਸ ਕਿੱਥੇ ਪ੍ਰਮਾਤਮਾ ਬਖਸ਼ ਰਿਹਾ, ਕਿਹਨੂੰ ਦੇ ਰਿਹਾ ਹੈਗਾ। ਜਿਸ ਨੂੰ ਉਹ ਪਾਵਰਸ ਮਿਲ ਗਈਆਂ ਉਹ ਵੀ ਜ਼ਿੰਮੇਵਾਰ ਹੈ ਜੀ, ਔਰ ਜੋ ਕਰ ਰਹੇ ਆ ਆਪਾਂ ਉਹ ਵੀ ਜ਼ਿੰਮੇਵਾਰ ਹਾਂ। ਠੀਕ ਹੈ ਨਾ। ਮੌਬ ਹੈ ਜੇ 100 ਦੇ ਵਿੱਚੋਂ 90 ਬੰਦੇ ਮਨ ਬਣਾ ਲੈਂਦੇ ਹੈਗੇ ਆ ਤਾਂ ਲੈਣ ਵਾਲਾ ਵੀ ਕਿਤੇ ਨਹੀਂ ਹੋਏਗਾ। ਜੀ, ਠੀਕ ਹੈ ਨਾ ਜੀ। ਲੇਕਿਨ ਇੱਕ ਸੈਟਅਪ ਦੇ ਅਗੇਂਸਟ ਚੱਲਣਾ, ਇੱਕ ਪਾਣੀ ਦੇ ਬਹਾਓ ਦੇ ਖਿਲਾਫ ਤੈਰਨਾ ਬੜਾ ਦਿਲ ਦਾ ਕੰਮ ਹੈ, ਬਹੁਤ ਦਲੇਰੀ ਚਾਹੀਦੀ ਹੈ ਕਮਲ ਜੀ ਉਹਦੇ ਵਾਸਤੇ। ਜੀ ਬਿਲਕੁਲ ਦੋਸਤੋ, ਅਰੋੜਾ ਸਾਹਿਬ ਨੇ ਜੋ ਕੁਝ ਕਿਹਾ ਤਾਂ ਸਾਨੂੰ ਸਭ ਨੂੰ ਇਸ 'ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਕਿ ਅਸੀਂ ਉਸ ਉਮੀਦਵਾਰ ਨੂੰ ਵੋਟ ਪਾ ਕੇ ਨਗਰ ਕੌਂਸਲ ਦੇ ਵਿੱਚ ਭੇਜੀਏ ਜਿਹੜਾ ਸਾਡੇ ਨਾਲ ਇਹ ਵਾਅਦਾ ਕਰੇ ਕਿ ਉਹ ਨਾ ਕਰਪਸ਼ਨ ਖੁਦ ਕਰੇਗਾ ਔਰ ਨਾ ਹੀ ਨਗਰ ਕੌਂਸਲ ਦੇ ਵਿੱਚ ਹੋਣ ਦੇਵੇਗਾ। ਤਾਂ ਇਹ ਸਾਡੀ ਮੋਰਲ ਡਿਊਟੀ ਬਣਦੀ ਹੈ। ਅਗਰ ਅਸੀਂ ਇਸ ਡਿਊਟੀ ਨੂੰ ਨਿਭਾਵਾਂਗੇ ਤਾਂ ਸਾਡੇ ਚੁਣੇ ਹੋਏ ਨੁਮਾਇੰਦੇ ਵੀ ਇਸ ਨੂੰ ਨਿਭਾਉਣ ਦੇ ਵਿੱਚ ਪਹਿਲ ਕਰ ਸਕਦੇ ਨੇ। ਤਾਂ ਅਰੋੜਾ ਸਾਹਿਬ, ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਕਮਲ ਜੀ, ਮੈਂ ਸ਼ੁਕਰੀਆ ਅਦਾ ਕਰਦਾ ਹਾਂ, ਔਰ ਇੱਕ ਆਪਣੇ ਦੋਸਤਾਂ ਨੂੰ ਵੀ ਮੇਰੀ ਉਹੀ ਬੇਨਤੀ ਜੋ ਪਹਿਲਾਂ ਸੀ ਕਿ ਮੈਂ ਜੋ ਵੀ ਕਿਹਾ ਹੈ ਬੜਾ ਬੋਨਾਫਾਈਡ ਇਨੋਸੈਂਸੀ ਨਾਲ ਕਹਿ ਰਿਹਾ ਹੈਗਾ, ਜੋ ਮੈਂ ਮਹਿਸੂਸ ਕਰਦਾ ਹਾਂ। ਨਾ ਮੈਂ ਕਦੇ ਕਿਸੇ ਨੂੰ ਹਰਟ ਕਰਨਾ ਚਾਹੁੰਦਾ ਹਾਂ, ਨਾ ਮੈਂ ਕਦੇ ਕਿਸੇ ਨੂੰ ਟੌਂਟ ਕਰਨਾ ਚਾਹੁੰਦਾ ਹਾਂ। ਜੋ ਮੈਨੂੰ ਸਹੀ ਲੱਗਦਾ ਹੈ ਮੈਂ ਉਹ ਕਹਿ ਰਿਹਾ ਹਾਂ। ਕਿ ਜੇ ਫਿਰ ਵੀ ਕੋਈ ਗੁਸਤਾਖੀ ਕਿਸੇ ਮਿੱਤਰ ਨੂੰ ਲੱਗੇ ਤਾਂ ਮੈਂ ਹੱਥ ਜੋੜ ਕੇ ਮਾਫੀ ਚਾਹਾਂਗਾ। ਇਸ ਦੇ ਨਾਲ ਹੀ ਮੈਂ ਬਹੁਤ ਬਹੁਤ ਧੰਨਵਾਦ ਤੁਹਾਡਾ ਕਰਦਾ ਕਮਲ ਜੀ। ਤਾਂ ਦੋਸਤੋ, ਮਿਲਦੇ ਹਾਂ ਫਿਰ ਅਗਲੀ ਹੋਰ ਵੀਡੀਓ ਦੇ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ। ਨਮਸਕਾਰ ਦੋਸਤੋ।